ਆਵਾਂਗੇ, ਸਿਰਫ ਇਸ ਜੰਗ ਨਾਲ ਮਿਲ ਕੇ ਜੂਝਾਵਾਂਗੇ। ਪਰ ਜਿਵੇਂ ਜਿਵੇਂ ਅਸੀਂ ਵਕਤ ਬੀਤੀ ਜਾ ਰਿਹਾ ਹੈ, ਕੁਝ ਸਿਆਸਤਦਾਨ ਖਾਸ ਕਰਕੇ ਆਪਣੀ ਪੁਰਾਣੀ ਆਦਤ ਤੋਂ ਨਹੀਂ ਜਾ ਰਹੇ। ਖਾਸ ਕਰਕੇ ਪੰਜਾਬ ਵਿੱਚ ਕਦੀ ਕੇਂਦਰ ਨਾਲ ਖੜੇ ਹੋ ਕੇ ਪੰਜਾਬ ਸਰਕਾਰ ਦੇ ਵਿਰੁੱਧ ਹੀ ਕੁਝ ਸਿਆਸਤਦਾਨ ਖੜੇ ਹੋ ਜਾਂਦੇ ਹੈ ਕਿ ਕਿੰਨਾ ਪੈਸਾ ਆਇਆ ਹੈ, ਕਿੰਨਾ GST ਆਇਆ ਹੈ। ਅਤੇ ਹੁਣ ਜੋ ਨਵੀਂ ਲੜਾਈ ਚੱਲ ਪਈ ਹੈ, ਉਹ ਜੋ ਯਾਤਰੀ ਨੰਦੇੜ ਸਾਹਿਬ ਤੋਂ ਔਰ ਹੋਰ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਤੋਂ ਜੋ ਕੰਮ ਕਰਨ ਗਏ ਸੀ ਜਾਂ ਜੋ ਰਾਜਸਥਾਨ ਵਿੱਚ ਕੰਮ ਕਰਨ ਗਏ ਸੀ, ਉਹ ਜੋ ਆਏ ਨੇ ਅਤੇ ਉਹਨਾਂ ਵਿੱਚੋਂ ਕਿੰਨੇ ਕਰੋਨਾ ਪੀੜਤ ਨਿਕਲ ਰਹੇ ਨੇ, ਉਸ 'ਤੇ ਲੜਾਈ ਸ਼ੁਰੂ ਹੋ ਗਈ ਹੈ। ਇਸ ਸਿਆਸਤ ਨੂੰ ਇੱਕ ਬੜਾ ਹੀ ਨਵੇਕਲਾ ਜਾਂ ਚੰਗਾ ਸੁਝਾਅ ਦਿੰਦੇ ਹੋਏ ਰਾਜਾ ਵੜਿੰਗ ਨੇ ਇੱਕ ਜੋ ਪੰਜਾਬ ਦੇ ਵੱਡੇ ਉਦਯੋਗਪਤੀ ਹੈ ਔਰ ਸਿਆਸਤਦਾਨ ਵੀ, ਉਹਨਾਂ ਵਾਸਤੇ ਇੱਕ ਸੁਝਾਅ ਦਿੱਤਾ ਹੈ। ਸੋ ਕੁਝ 3 ਨਵੇਂ ਸੁਝਾਅ ਲੈ ਕੇ ਆਏ ਨੇ। ਸੋ ਇਹਨਾਂ ਬਾਰੇ ਔਰ ਸਿਆਸਤ ਦਾ ਜੋ ਕਰੋਨਾ ਦੀ ਲੜਾਈ 'ਤੇ ਕੀ ਅਸਰ ਹੋ ਰਿਹਾ, ਉਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਰਾਜਾ ਵੜਿੰਗ ਜੀ ਜੁੜੇ ਨੇ। ਰਾਜਾ ਵੜਿੰਗ ਜੀ, ਸਤਿ ਸ਼੍ਰੀ ਅਕਾਲ। ਸਵੇਰੇ ਸਵੇਰੇ ਤੁਸੀਂ ਸਾਡੇ ਨਾਲ ਸਾਡਾ ਪਹਿਲਾ ਸੈਸ਼ਨ ਸ਼ੁਰੂ ਕੀਤਾ ਹੈਗਾ, ਸੋ ਤੁਹਾਡੇ ਚੰਗੇ ਸੁਝਾਵਾਂ ਤੋਂ ਸ਼ੁਰੂ ਕਰਦੇ ਹੈਗੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਿਮਰਤ ਜੀ, ਥੈਂਕ ਯੂ। ਤੁਸੀਂ ਲੋਕਾਂ ਦੇ ਸਾਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ। ਸੁਬਾਹ ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਤੁਹਾਡੇ ਜਿਹੜੇ ਸੁਝਾਅ ਨੇ, ਪਹਿਲਾ ਸੁਝਾਅ ਤੁਹਾਡਾ ਕੀ ਹੈ? ਕੱਲ ਨਿਮਰਤ ਜੀ, ਮੈਂ ਹਾਲਾਂਕਿ ਸਰਕਾਰ ਦੇ ਵਿੱਚ ਅਸੀਂ ਹਾਂ, ਕਈ ਵਾਰੀ ਲੋਕ ਸਮਝਦੇ ਕਿ ਸਰਕਾਰ ਵਾਲੇ ਨੂੰ ਸੁਝਾਅ ਨਹੀਂ ਦੇਣੇ ਚਾਹੀਦੇ। ਕੱਲ ਕਿਸੇ ਨੇ ਮੈਨੂੰ ਸਵਾਲ ਵੀ ਕੀਤਾ ਸੀ, ਬਟ ਇਹ ਜਿਹੜੇ 3 ਸਵਾਲ ਮੈਂ ਕੀਤੇ ਨੇ, ਇਹ ਕੇਵਲ ਬਾਦਲ ਪਰਿਵਾਰ ਹੀ ਪੂਰੇ ਕਰ ਸਕਦਾ ਹੈ, ਸਰਕਾਰ ਪੂਰਾ ਨਹੀਂ ਕਰ ਸਕਦੀ। ਸੋ ਇਸ ਕਰਕੇ ਮੈਂ ਪਹਿਲਾ ਸੁਝਾਅ ਉਹਨਾਂ ਨੂੰ ਇਹ ਗੱਲ ਦੱਸਿਆ ਕਿ ਕਿਉਂਕਿ ਸਭ ਤੋਂ ਵੱਡੇ ਟਰਾਂਸਪੋਰਟਰ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਂ ਉਹਨਾਂ ਦੇ ਸੰਯੋਗੀ ਸਾਥੀ ਨੇ, ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਅਗਰ ਟਰਾਂਸਪੋਰਟ ਦੀ ਗੱਲ ਕਰੀਏ ਬੱਸਾਂ ਦੀ, ਤਾਂ ਸੁਖਬੀਰ ਸਿੰਘ ਬਾਦਲ ਦੇ ਸੰਯੋਗੀ ਸੱਜਣਾ ਦਾ ਤੇ ਸੁਖਬੀਰ ਜੀ ਦਾ 99% ਮੈਨੂੰ ਲੱਗਦਾ ਪ੍ਰੋਪਰ ਜਿਹੜਾ ਉਹ ਕਬਜ਼ਾ 99% ਹੋਏਗਾ। ਸੋ ਮੈਂ ਉਹਨਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਵੀ ਅਪੀਲ ਕੀਤੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪੀਲ ਕੀਤੀ ਹੈ, ਈਵਨ ਕਿ ਟੈਕਸ ਰਿਬੇਟ ਵੀ ਦਿੱਤਾ ਜਾ ਰਿਹਾ ਟਰਾਂਸਪੋਰਟ ਵਾਲਿਆਂ ਨੂੰ, ਬਿਕੋਜ਼ ਉਹਨਾਂ ਦੀਆਂ ਬੱਸਾਂ ਖੜੀਆਂ ਨੇ। ਸੋ ਇਹ ਮੈਂ ਬੇਨਤੀ ਕੀਤੀ, ਮੈਨੂੰ ਤਮਾਮ ਡਰਾਈਵਰਸ ਦੇ, ਕਨੈਕਟਰਸ ਦੇ ਫੋਨ ਆਏ ਵੱਖ ਪੰਜਾਬ ਦੇ ਕੋਨਿਆਂ ਚੋਂ। ਸੋ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਤੁਸੀਂ ਆਪਦੀ ਕੰਪਨੀ ਦੇ ਲੋਕਾਂ ਨੂੰ ਇੱਕ ਨਵੀਂ ਪਿਰਤ ਪਾਓ ਔਰ ਸੁਨੇਹਾ ਦਿਓ ਪੰਜਾਬ ਦੇ ਅੰਦਰ ਕਿ ਜਿੰਨਾ ਚਿਰ ਕਰੋਨਾ ਚੱਲੇਗਾ, ਮੈਂ ਪੂਰੀ ਤਨਖਾਹ ਆਪਦੇ ਡਰਾਈਵਰਸ ਤੇ ਕਨੈਕਟਰ ਭਰਾਵਾਂ ਨੂੰ ਦੇਵਾਂਗਾ। ਸੋ ਦੂਜਾ ਪਹਿਲੇ ਸਵਾਲ ਦਾ ਮੈਂ ਇੱਥੇ ਤੁਹਾਡੇ ਨਾਲ ਗੱਲ ਕਰਦੀ ਹਾਂ। ਪਹਿਲਾਂ ਤਾਂ ਟੈਕਸ ਰਿਬੇਟ ਉਸ ਉਦਯੋਗ ਨੂੰ ਕਿਉਂ ਦਿੱਤਾ ਜਾ ਰਿਹਾ ਹੈ ਜਿਹੜਾ ਤਨਖਾਹ ਨਹੀਂ ਦੇ ਰਿਹਾ? ਸੋ ਇਹ ਤਾਂ ਕੰਡੀਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਨਾ ਸਿਰਫ ਟਰਾਂਸਪੋਰਟ ਲਈ। ਮੇਰੇ ਖਿਆਲ ਹਰ ਉਦਯੋਗ ਜੋ ਟੈਕਸ ਰਿਬੇਟ ਮੰਗਦਾ ਹੈ ਇਸ ਵਕਤ ਜਾਂ ਕਰਜ਼ਾ ਮੰਗਦਾ ਹੈਗਾ, ਮੀਡੀਆ ਵਿੱਚ ਵੀ ਇਹੋ ਜਿਹੇ ਲੋਕ ਦੇਖ ਰਹੇ ਨੇ, ਬਿਕੋਜ਼ ਮੀਡੀਆ ਕੰਮ ਕਰ ਰਿਹਾ ਅਤੇ ਕਈ ਲੋਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਸੋ ਇਹ ਹਰ ਜਗ੍ਹਾ ਰੂਲ ਹੋਣਾ ਚਾਹੀਦਾ ਹੈ। ਪਰ ਦੂਜੀ ਗੱਲ, ਤੁਸੀਂ ਮੈਨੂੰ ਆਪ ਹੀ ਦੱਸੋ, ਜੇ ਤੁਹਾਨੂੰ ਆਪ ਹੀ ਤੁਸੀਂ ਕਹਿ ਰਹੇ ਹੋ ਕਿ 99% ਜੋ ਟਰਾਂਸਪੋਰਟ ਹੈਗਾ ਉਹ ਇੱਕ ਪਰਿਵਾਰ ਦਾ ਹੈ, ਤੁਸੀਂ ਟੈਕਸ ਰਿਬੇਟ ਦਿੱਤਾ ਕਿਉਂ? ਫਿਰ ਜੋ ਲੋਕ ਕਹਿੰਦੇ ਹੈ ਕਿ ਅਕਾਲੀ ਤੇ ਕਾਂਗਰਸ ਇੱਕੋ ਗੱਲ ਹੈ, ਤਾਂ ਫਿਰ ਗੱਲ ਤਾਂ ਇੱਕੋ ਹੀ ਹੋਈ। ਤੁਸੀਂ ਤਾਂ ਆਪਣੇ ਹੀ ਲੋਕਾਂ ਨੂੰ ਟੈਕਸ ਰਿਬੇਟ ਦਿੱਤਾ ਹੈਗਾ, ਆਪ ਹੀ ਦਿੱਤਾ ਹੈਗਾ। ਨਹੀਂ ਨਿਮਰਤ ਜੀ, ਮੇਰਾ ਖਿਆਲ ਹੁਣ ਜਿਵੇਂ ਸੇਮ ਐਕਸਾਈਜ਼ ਵਾਲੀਆਂ ਜਿਹੜੀਆਂ ਸ਼ਾਪਸ ਹੈ ਉਹ ਬੰਦ ਹੈ, ਕਈ ਉਦਯੋਗ ਬੰਦ ਹੈ, ਬੰਦ ਪਏ ਦਾ ਟੈਕਸ ਲੈਣਾ, ਮੇਰਾ ਖਿਆਲ ਫਿਰ ਇਹ ਹੋਏਗਾ ਕਿ ਸ਼ਾਇਦ ਇਹ ਡਿਸਕ੍ਰਿਮੀਨੇਸ਼ਨ ਕਰ ਰਹੇ ਹਾਂ, ਅਸੀਂ ਉਹਨਾਂ ਨਾਲ ਵਿਤਕਰਾ ਕਰ ਰਹੇ ਹਾਂ। ਸੋ ਜਿਹੜੀ ਚੀਜ਼ ਚੱਲ ਨਹੀਂ ਰਹੀ ਉਹਦੇ ਤੇ ਟੈਕਸ ਰਿਬੇਟ ਦੇਣ ਦੀ ਗੱਲ ਕੀਤੀ ਹੈ, ਕਿਉਂਕਿ ਉਹ ਰਨਿੰਗ 'ਚ ਨਹੀਂ ਹੈ। ਲੇਕਿਨ ਹਾਂ, ਮੈਂ ਇਹ ਗੱਲ ਜ਼ਰੂਰ ਕਵਾਂਗਾ ਨਾਲ ਦੀ ਨਾਲ, ਇਹ ਪਾਲਿਸੀ ਦੇ ਵਿੱਚ ਜਾਂ ਲਿਖਿਆ ਜਾ ਸਕਦਾ ਕਿ ਜਿਹੜੇ ਲੋਕ ਤਨਖਾਹਾਂ ਨਹੀਂ ਦੇਣਗੇ ਉਹਨਾਂ ਨੂੰ ਟੈਕਸ ਰਿਬੇਟ ਨਹੀਂ ਦੇਣਾ ਚਾਹੀਦਾ। ਇਹ ਸਰਕਾਰ ਨੂੰ ਇੱਕ ਚੰਗਾ ਸੁਝਾਅ ਹੈ ਔਰ ਇੱਦਾਂ ਕਰਨਾ ਚਾਹੀਦਾ ਹੈ। ਲੇਕਿਨ ਖੜੀਆਂ ਚੀਜ਼ਾਂ ਦਾ ਟੈਕਸ ਇਸ ਕਰਕੇ ਨਹੀਂ ਕਿਸੇ ਨਾਲ ਵੀ, ਚਾਹੇ ਉਹ ਸਾਡੇ ਹੈ ਚਾਹੇ ਕਿ ਉਹਨਾਂ ਦੇ ਹੈ, ਬੇਸ਼ੱਕ ਉਹ 99% ਜਿਹੜਾ ਬਿਜ਼ਨਸ ਓਨ ਕਰਦੇ ਹੈ, ਫਾਇਦਾ ਉਹ ਯੂਨੈਨਿਮਸਲੀ ਜਾਏਗਾ। ਜਿਵੇਂ ਅਸੀਂ ਕਰਜ਼ਾ ਮਾਫ ਕੀਤਾ ਲੋਕਾਂ ਦਾ, ਉਹਦੇ ਵਿੱਚ ਮੋਸਟ ਆਫ ਦਾ ਲੋਕ ਜਿਹੜੇ ਸੀ ਉਹ ਅਕਾਲੀ ਸਨ। ਉਹਦਾ ਕਾਰਨ ਇਹ ਸੀ ਕਿਉਂਕਿ 10 ਸਾਲ ਉਹਨਾਂ ਦੀ ਸਰਕਾਰ ਰਹੀ, ਕਰਜ਼ਾ ਉਹਨਾਂ ਨੇ ਜ਼ਿਆਦਾ ਲਿਆ, ਸੁਸਾਇਟੀਆਂ 'ਚ ਉਹਨਾਂ ਦਾ ਖਾਤੇ ਖੁੱਲੇ ਸਨ। ਸੋ ਯੂਨੈਨਿਮਸਲੀ ਫੈਸਲਾ ਹੈ, ਰੈਂਡਮਲੀ
ਕਿਸੇ ਨਾਲ ਪਿਕ ਐਂਡ ਚੂਜ਼ ਨਹੀਂ ਕੀਤਾ। ਸੋ ਪਰ ਤੁਹਾਡੇ ਸੁਝਾਅ ਨੂੰ ਅਸੀਂ ਅੱਗੇ ਜ਼ਰੂਰ ਲੈ ਕੇ ਜਾਵਾਂਗੇ ਕਿ ਟੈਕਸ ਰਿਬੇਟ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿਹੜੇ ਲੋਕ ਆਪਦੇ ਮੁਲਾਜ਼ਮਾਂ ਨੂੰ ਤਨਖਾਹਾਂ ਪੂਰੀਆਂ ਦੇਣਗੇ। ਜੀ ਜੀ, ਦੂਜਾ ਸੁਝਾਅ ਤੁਹਾਡਾ ਕੀ ਰਿਹਾ? ਦੂਜਾ ਸੁਝਾਅ ਮੈਂ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਫਾਸਟਵੇ ਜਿਹੜਾ ਕੇਬਲ, ਜਿਹਨੂੰ ਪੰਜਾਬੀ 'ਚ ਪਿਆਰ ਨਾਲ ਮਾਫੀਆ ਕਿਹਾ ਜਾਂਦਾ ਹੈ, ਇਹਨਾਂ ਨੂੰ ਕੇਬਲ ਮਾਫੀਆ, ਉਹ ਸਾਰੇ ਦਾ ਸਾਰਾ ਜਿਹੜਾ ਕੇਬਲ ਨੈਟਵਰਕਿੰਗ ਹੈ ਉਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਓਨ ਕਰਦੇ ਹੈ। ਉਹਦੇ 'ਚ ਜਿਹੜਾ ਮੇਜਰ ਸ਼ੇਅਰ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੈ, ਜਿਹੜਾ ਕਿ ਕੇਬਲ ਤੇ ਪਲੱਸ ਇੰਟਰਨੈਟ ਸੇਵਾਵਾਂ ਚੱਲ ਰਹੀਆਂ। ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਡੀਡੀ ਵਾਲਿਆਂ ਨੇ ਵੀ ਉਹ 20 ਸਾਲ ਪੁਰਾਣੇ ਐਪੀਸੋਡ ਚਲਾਤੇ, ਮਹਾਭਾਰਤ, ਰਮਾਇਣ, ਸੁਬਾਹ ਮਾਰਨਿੰਗ ਹੋਰ, ਸ਼ਾਮ ਨੂੰ ਹੋਰ। ਸੋ ਇਸ ਕਰਕੇ ਤਾਂ ਜੋ ਲੋਕ ਵਿਚਾਰੇ ਘਰਾਂ 'ਚ ਬੈਠ ਕੇ ਉਹਨਾਂ ਦਾ ਕੁਝ ਨਾ ਕੁਝ ਮਨੋਰੰਜਨ ਹੁੰਦਾ ਰਹੇ। ਸੋ ਇਵੇਂ ਕੇਬਲ ਅੱਜ ਦੇ ਯੁੱਗ ਦੇ ਵਿੱਚ, ਕੋਰੋਨਾ ਦੇ ਵਿੱਚ ਘਰੇ ਲੋਕਾਂ ਨੂੰ ਬਿਠਾਉਣ ਵਾਸਤੇ ਪਲੱਸ ਇੰਟਰਨੈਟ ਬੜਾ ਹੀ ਜ਼ਰੂਰੀ ਹੈ। ਸੋ ਲੋਕ ਵਿਚਾਰੇ ਆਮ ਦਰਮਿਆਨੇ ਘਰਾਂ ਦੇ ਹੈ, ਕੋਈ ਕੇਬਲ ਦਾ ਬਿੱਲ ਨਹੀਂ ਭਰ ਸਕਦਾ, ਕੋਈ ਬੰਦਾ ਵਿਚਾਰਾ ਜਿਹੜਾ ਹੈਗਾ ਉਹ ਇੰਟਰਨੈਟ ਦਾ ਬਿੱਲ ਨਹੀਂ ਭਰ ਸਕਦਾ। ਆਨਲਾਈਨ ਕਲਾਸਿਸ ਜਿਹੜੀਆਂ ਅੱਜ ਕੱਲ੍ਹ ਬੱਚਿਆਂ ਦੀਆਂ, ਸਕੂਲ ਹੋ ਸਕਦਾ ਹੈ ਦਸੰਬਰ ਤੱਕ ਨਾ ਖੁੱਲਣ ਬੱਚਿਆਂ ਦੇ। ਸੋ ਮੇਰੇ ਖਿਆਲ ਆਨਲਾਈਨ ਕਲਾਸਿਸ ਵੀ ਸਾਰੇ ਬੱਚਿਆਂ ਦੀਆਂ ਸਕੂਲ ਦੀਆਂ ਲੱਗ ਰਹੀਆਂ। ਔਰ ਮੈਨੂੰ ਲੱਗਦਾ ਕਿ ਦਰਿਆਦਿਲੀ, ਕਿਉਂਕਿ ਇਹ ਸਰਕਾਰ ਨਹੀਂ ਕਰ ਸਕਦੀ ਇਹ ਕੰਮ, ਦਰਿਆਦਿਲੀ ਵਿਖਾਉਂਦੇ ਹੋਏ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ। ਇਹਨਾਂ ਨੂੰ ਇਹ ਚਾਹੀਦਾ ਕਿ ਜਿੰਨਾ ਚਿਰ ਕਰੋਨਾ ਰਹੇਗਾ ਅਸੀਂ ਉਨੇ ਚਿਰ ਦਾ ਬਿੱਲ ਅਸੀਂ ਮਾਫ ਕਰਾਂਗੇ, ਨਾ ਇੰਟਰਨੈਟ ਦਾ ਲਵਾਂਗੇ ਨਾ ਅਸੀਂ ਕੇਬਲ ਦਾ ਲਵਾਂਗੇ। ਸੋ ਇਹ ਮੇਰਾ ਉਹਨਾਂ ਨੂੰ ਸੁਝਾਅ ਸੀ, ਜਦ ਕਿ ਬੜੇ ਪੈਸੇ ਵੀ ਬਚ ਜਾਂਦੇ ਹੈ। ਈਵਨ ਜੇ ਤੁਸੀਂ ਇਕੱਲਾ PTC ਦਾ ਜਿਹੜਾ ਲਾਈਵ ਦਿਖਾਉਂਦੇ ਨੇ ਸਾਡੇ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਦਾ, ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ। ਹਾਲਾਂਕਿ ਹੋਰ ਚੈਨਲਸ, ਤੁਹਾਡੇ ਵਰਗੇ ਚੈਨਲ ਹੋਰ ਬਥੇਰੇ, ਅਗਰ ਉਹਨਾਂ ਨੂੰ ਮੋਨੋਪਲਾਈਜ਼ ਕੀਤਾ ਜਾਵੇ ਕਿ ਕੇਵਲ ਉਹੀ ਦਿਖਾਉਣਗੇ ਤਾਂ ਉਹ ਪੈਸਾ ਦੇਣ, ਉਲਟਾ ਕਰੋੜ 2 ਕਰੋੜ ਰੁਪਇਆ ਜਾਂ ਮਹੀਨੇ ਦਾ ਜਾਂ 2-4 ਕਰੋੜ ਰੁਪਇਆ ਉਹ ਗੁਰਦੁਆਰਾ ਸਾਹਿਬ। ਮੈਂ ਉਹੀ ਕਹਿਣਾ ਨਾ ਜੀ, ਜੇ ਕਿਸੇ ਹੋਰ ਚੈਨਲ ਨੂੰ ਪਰਮਿਸ਼ਨ ਹੋਵੇ ਦਿਖਾਉਣ ਦੀ, ਪਰ ਉਹ ਨਹੀਂ ਹੈ ਕਿਉਂਕਿ ਉਹ ਸਾਰਾ ਮੋਨੋਪਲਾਈਜ਼ਡ ਹੈ। ਤਾਂ ਮੈਂ ਇਹ ਚਾਹੁੰਦਾ ਸੀ ਕਿ ਬਾਦਲ ਪਰਿਵਾਰ ਨੂੰ ਇਹ ਦਰਿਆਦਿਲੀ ਵਿਖਾਉਣੀ ਚਾਹੀਦੀ ਹੈ ਕਿ ਅਸੀਂ ਕੇਬਲ ਦਾ ਤੇ ਇੰਟਰਨੈਟ ਦਾ ਕੋਈ ਬਿੱਲ ਨਹੀਂ ਚਾਰਜ ਕਰਾਂਗੇ ਟਿਲ ਕਰੋਨਾ, ਜਿੰਨਾ ਚਿਰ ਕਰੋਨਾ ਦੀ ਲੜਾਈ ਲੜਦੀ ਹੈ। ਸੋ ਥਰਡ ਮੇਰਾ ਸੁਝਾਅ ਸੀਗਾ ਉਹਨਾਂ ਨੂੰ ਕਿ ਮਹਿੰਦਰਾ ਐਂਡ ਮਹਿੰਦਰਾ, ਕਿਉਂਕਿ ਸੁਖਬੀਰ ਸਿੰਘ ਬਾਦਲ ਬਹੁਤ ਵੱਡੀ ਕੰਪਨੀ ਓਨ ਕਰਦੇ, ਨਾ ਕੇਵਲ ਉਹ ਰਾਜਨੀਤੀ 'ਚ ਹਨ, ਵੱਡੇ ਉਦਯੋਗਪਤੀ ਵੀ ਹਨ, ਵੱਡੇ ਵੱਡੇ 7 ਸਟਾਰਸ ਉਹਨਾਂ ਨੇ ਹੈਗੇ ਨੇ। ਈਵਨ ਐਵੀਏਸ਼ਨ ਕੰਪਨੀ ਵੀ ਉਹਨਾਂ ਕੋਲੇ ਹੈਗੀ ਆ ਆਪਦੀ। ਸੋ ਟਰਾਂਸਪੋਰਟ, ਐਵੀਏਸ਼ਨ, ਹੋਟਲਸ, ਹੋਰ ਪਤਾ ਨਹੀਂ ਕਿੰਨੇ ਕਿੰਨੇ ਕਾਰੋਬਾਰ ਨੇ। ਸੋ ਮੈਂ ਉਹ ਸੁਝਾਅ ਦਿੱਤਾ ਸੀ ਕਿ ਤੁਹਾਨੂੰ ਇਹ ਚਾਹੀਦਾ, ਜਿਵੇਂ ਮਹਿੰਦਰਾ ਐਂਡ ਮਹਿੰਦਰਾ ਵਾਲਿਆਂ ਨੇ ਬੰਬੇ 'ਚ ਕਈ ਕੰਪਨੀ ਲੋਕਾਂ ਨੇ ਆਪਦੇ ਜਿਹੜੇ ਹੋਟਲਸ ਹੈ ਉਹਨਾਂ ਨੂੰ ਆਈਸੋਲੇਟ ਸੈਂਟਰ ਦੇ ਵਾਸਤੇ ਆਫਰ ਕੀਤਾ ਹੈ ਸਰਕਾਰ ਨੂੰ। ਸੋ ਸੁਖ ਵਿਲਾਸ ਜਿਹੜਾ ਹੈਗਾ ਉਹ ਬਿਲਕੁਲ ਸੂਟੇਬਲ, ਕਿਉਂਕਿ ਹੁਣ ਬਾਹਰੋਂ ਵੀ ਯਾਤਰੀ ਆਉਣੇ ਹੈ, ਅਮਰੀਕਾ 'ਚੋਂ ਆਉਣੇ ਹੈ, ਕੈਨੇਡਾ 'ਚੋਂ ਆਉਣੇ ਆ, ਅਲੱਗ-ਅਲੱਗ ਦੇਸ਼ਾਂ 'ਚੋਂ ਲੋਕਾਂ ਨੂੰ ਹੁਣ ਲਿਆਉਣ ਦੀ ਸਕੀਮ ਹਿੰਦੁਸਤਾਨ ਸਰਕਾਰ ਦੀ ਅਤੇ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਪੰਜਾਬੀਆਂ ਨੂੰ। ਸੋ ਉਹ ਆਈਸੋਲੇਟ ਸੈਂਟਰ ਵਾਸਤੇ ਆਫਰ ਕਰਨ, ਕਿਉਂਕਿ ਹੁਣ ਉਹ ਚੱਲ ਵੀ ਨਹੀਂ ਰਿਹਾ, ਹੋਟਲ ਬੰਦ ਹੈ, ਸਾਰੇ ਹੋਟਲ ਦਾ ਕਾਰੋਬਾਰ ਬੰਦ ਹੈ। ਕਿਉਂ ਨਾ ਉਹਨੂੰ ਪੰਜਾਬੀਆਂ ਦੀ ਸੇਵਾ ਵਿੱਚ ਲਾਇਆ ਜਾਵੇ। ਉੱਥੇ ਵਾਤਾਵਰਨ ਚੰਗਾ ਹੈ, ਦੂਰ ਦੂਰ ਕਮਰੇ ਬਣੇ, ਮੈਂ ਸੁਣਿਆ ਬਹੁਤ ਵੱਡਾ ਸੋਹਣਾ ਜਗ੍ਹਾ ਤੇ ਹੈ, ਨੇਚਰ ਦੇ ਨੇੜੇ ਹੈ, ਤਾਂ ਜੋ ਲੋਕਾਂ ਨੂੰ ਠੀਕ ਹੋਣ ਤੇ ਵੀ ਜਲਦੀ ਹੋਣਗੇ ਤੇ ਉਹਨਾਂ ਨੂੰ ਮੁਕੰਮਲ ਸਹੂਲਤ ਵੀ ਹੋਏਗੀ। ਔਰ ਇੱਕ ਸੁਨੇਹਾ ਜਾਏਗਾ ਪੰਜਾਬ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ, ਕਿ ਬਾਦਲ ਪਰਿਵਾਰ ਨੇ ਅੱਗੇ ਹੋ ਕੇ ਇਹ ਕਦਮ ਚੁੱਕਿਆ। ਆ ਮੈਂ 3 ਗੱਲਾਂ ਉਹਨਾਂ ਨੂੰ ਕਹੀਆਂ ਸੀ ਜਿਹੜੀਆਂ ਕਿ ਕਾਫੀ ਮੈਨੂੰ ਲੱਗਦਾ ਕੜਵੀਆਂ ਲੱਗੀਆਂ। ਇਹ ਉਦਯੋਗਪਤੀਆਂ ਦਾ ਆਪਣਾ ਨਜ਼ਰੀਆ ਹੁੰਦਾ ਹੈ, ਜਿਵੇਂ ਤੁਸੀਂ ਕਿਹਾ ਮਹਿੰਦਰਾ ਜਾਂ ਰਤਨ ਟਾਟਾ, ਉਹ ਜੋ ਉਦਯੋਗਪਤੀ ਨੇ, ਅਜ਼ੀਜ਼ ਪ੍ਰੇਮ ਜੀ ਹੋਵੇ, ਅੰਬਾਨੀ ਸਾਹਿਬ ਨਹੀਂ ਹੈਗੇ। ਸੋ ਉਹਨਾਂ ਦੀ ਮਰਜ਼ੀ ਅਸੀਂ ਫੋਰਸ ਨਹੀਂ ਕਰ ਸਕਦੇ। ਅੰਬਾਨੀ ਸਾਹਿਬ ਅੱਜ ਚਾਹਣ ਤਾਂ ਪੂਰੇ ਦੇਸ਼ ਦਾ ਜੋ ਉਹਨਾਂ ਨੂੰ ਮੁਨਾਫਾ ਹੀ ਫੇਸਬੁੱਕ ਦੀ ਆਪਣੀ ਜੀਓ ਦੀ ਸੇਲ ਤੋਂ ਆ ਰਿਹਾ 10%, ਨਾ ਪੂਰੇ ਦੇਸ਼ ਨੂੰ 10% ਹੋਰ ਵੇਚ ਕੇ ਪੂਰੇ ਦੇਸ਼ ਨੂੰ ਬਚਾ ਸਕਦੇ ਨੇ, ਪਰ ਉਹ ਉਹਨਾਂ ਦੀ ਮਰਜ਼ੀ ਹੈਗੀ ਹੈ।
ਸੋ ਨਹੀਂ, ਪਰ ਐਜ਼ ਅ ਸਿਆਸਤਦਾਨ ਸੋ ਉਹ ਚਲੋ ਉਦਯੋਗ ਦੀ ਮਰਜ਼ੀ ਹੈ, ਸੋ ਵੀ ਕਾਂਟ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ, ਬਟ ਐਜ਼ ਅ ਸਿਆਸਤਦਾਨ ਤਾਂ ਉਹਨਾਂ ਨੇ ਯੋਗਦਾਨ ਪਾਇਆ ਹੈ। ਮੇਰੇ ਖਿਆਲ ਉਹਨਾਂ ਨੇ ਐਂਬੂਲੈਂਸ ਦਿੱਤੀ ਹੈਗੀ ਹੈ। ਮੈਂ ਨਿਮਰਤ ਤੁਹਾਨੂੰ ਗੱਲ ਦੱਸਾਂ, ਕਿਉਂਕਿ ਉਦਯੋਗਪਤੀ ਤਾਂ ਕੋਈ ਬਾਹਰ ਨਿਕਲੇ ਨਹੀਂ ਨਿਕਲੇ, ਲੇਕਿਨ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ। ਅਸੀਂ ਹਮੇਸ਼ਾ ਇਹ ਸਟੇਜਾਂ ਤੇ ਆ ਕੇ ਕਹਿੰਦੇ ਹਾਂ ਕਿ ਅਸੀਂ ਲੋਕਾਂ ਦਾ ਧਿਆਨ ਰੱਖਾਂਗੇ, ਅਸੀਂ ਲੋਕਾਂ ਦੀ ਲੜਾਈ ਲੜਾਂਗੇ। ਮੇਰਾ ਖਿਆਲ ਅਬਾਨੀ ਨਹੀਂ ਇਹ ਗੱਲ ਕਹਿੰਦਾ, ਰਤਨ ਟਾਟਾ ਇਹ ਗੱਲ ਨਹੀਂ ਕਹਿੰਦਾ, ਪ੍ਰੇਮ ਜੀ ਇਹ ਗੱਲ ਨਹੀਂ ਕਹਿੰਦੇ ਆ। ਉਦਯੋਗਪਤੀ ਹੈ, ਉਹ ਦੇਣ, ਚੰਗੀ ਗੱਲ ਹੈ, ਉਹਨਾਂ ਦਾ ਧੰਨਵਾਦ ਹੈ, ਦੇਣਾ ਚਾਹੀਦਾ ਉਹਨਾਂ ਲੋਕਾਂ ਨੂੰ ਵੀ ਇਸ ਔਖੇ ਘੜੇ, ਔਰ ਦਿੱਤਾ ਵੀ ਹੈ ਮੇਰਾ ਖਿਆਲ। ਲੇਕਿਨ ਅਗਰ ਹੋਰ ਜ਼ਰੂਰਤ ਪਏ ਤਾਂ ਮੇਰਾ ਖਿਆਲ ਉਹਨਾਂ ਨੂੰ ਹੋਰ ਜ਼ਿਆਦਾ ਦੇਣਾ ਚਾਹੀਦਾ ਹੈ। ਲੇਕਿਨ ਅਸੀਂ ਜਿਹੜੇ ਲੋਕ ਹੈ, ਚਾਹੇ ਉਹ ਬਾਦਲ ਸਾਹਿਬ ਪਰਿਵਾਰ ਹੈ, ਚਾਹੇ ਅਸੀਂ ਲੋਕ ਹੈ, ਜਿਵੇਂ ਮੈਂ ਘਰੇ ਨਹੀਂ ਬੈਠ ਸਕਦਾ, ਮੈਨੂੰ ਲੋਕਾਂ ਜਾਣਾ ਪਏਗਾ, ਮੈਨੂੰ ਲੋਕਾਂ ਦੇ ਨਾਲ ਖੜਨਾ ਪਏਗਾ ਔਖੇ ਘੜੇ, ਚਾਹੇ ਕੋਰੋਨਾ ਸਾਰੇ ਪੰਜਾਬ 'ਚ ਹੋ ਜਾਏ। ਲੇਕਿਨ ਅਗਰ ਮੈਂ ਨਾ ਨਿਕਲਾਂਗਾ ਤਾਂ ਕੌਣ ਨਿਕਲੇਗਾ? ਅਗਰ ਡਾਕਟਰਸ ਨਾ ਨਿਕਲਣਗੇ ਤਾਂ ਕੌਣ ਨਿਕਲੇਗਾ? ਅਗਰ ਪੁਲਿਸ ਨਾ ਨਿਕਲੇਗੀ ਤਾਂ ਕੌਣ ਨਿਕਲੇਗਾ? ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ, ਇਸ ਕਰਕੇ ਮੈਂ ਬਾਦਲ ਪਰਿਵਾਰ ਨੂੰ ਇਹ ਗੱਲ ਕਹੀ। ਸੈਕਿੰਡ, ਜਿਹੜੀ ਤੁਸੀਂ ਗੱਲ ਕੀਤੀ ਐਂਬੂਲੈਂਸ ਦੀ, ਮੈਨੂੰ ਤੁਸੀਂ ਬਿਲਕੁਲ ਜਾਇਜ਼ ਕਿਹਾ ਕਿ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਸੀ, ਔਰ ਸਾਡੇ ਵੱਲੋਂ ਇਹਦੀ ਸ਼ੁਰੂਆਤ ਨਹੀਂ ਹੋਈ। ਲੇਕਿਨ ਜਦੋਂ ਗੱਲ ਵੱਧਦਾ ਗਿਆ, ਉਹਨਾਂ ਦੀ ਗੱਲ ਦਾ ਜਵਾਬ ਸਾਨੂੰ ਦੇਣਾ ਪਿਆ। ਰੋਜ਼ਾਨਾ ਇੱਕ ਸਟੇਟਮੈਂਟ ਆਉਂਦੀ ਸੀ ਕਿ ਮੋਦੀ ਸਾਹਿਬ ਨੇ ਇੰਨੇ ਪੈਸੇ ਪੰਜਾਬ ਨੂੰ ਦਿੱਤੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਕੈਪਟਨ ਸਾਹਿਬ ਨੂੰ ਕੋਈ ਚਿੱਠੀ ਲਿਖ ਦੇ ਕਿ ਅਸੀਂ ਸਲਾਹ ਦਿੰਦੇ ਹਾਂ ਕਿ ਇੱਥੇ ਠੀਕ ਨਹੀਂ ਹੋ ਰਿਹਾ ਕੰਮ, ਇਹਨੂੰ ਠੀਕ ਕਰੋ, ਕਮੀਆਂ ਇਹਨੂੰ ਠੀਕ ਕਰੋ, ਸਾਡੀ ਮਦਦ ਦੀ ਲੋੜ ਹੈ, ਇਹ ਦੱਸੋ। ਇਹ ਕਿਸੇ ਨੇ ਨਹੀਂ ਲਿਖਿਆ। ਹਮੇਸ਼ਾ ਕ੍ਰਿਟਿਸਿਜ਼ਮ, ਚਾਹੇ ਉਹ ਸ਼ਰਧਾਲੂਆਂ ਨੂੰ ਲੈ ਕੇ, ਚਾਹੇ ਪੈਸੇ ਨੂੰ ਲੈ ਕੇ ਸੈਂਟਰ ਦੇ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇੱਥੇ ਕਿ 1200 ਕਰੋੜ ਰੁਪਇਆ 3 ਜ਼ਿਲ੍ਹਿਆਂ 'ਚ ਵਾਟਰ ਲੌਗਿੰਗ ਦੀ ਪ੍ਰੋਬਲਮ ਆਈ ਸੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ, ਤੇ ਸੁਨੀਲ ਜਾਖੜ ਜੀ ਨਾਲ ਗਏ ਬੀਇੰਗ ਏ ਆਪੋਜੀਸ਼ਨ ਲੀਡਰ, ਤੇ 1200 ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਨੇ ਇਮੀਡੀਏਟ ਰਿਲੀਫ ਦਿੱਤਾ ਸੀ ਪੰਜਾਬ ਨੂੰ। ਉਦੋਂ ਕਰੋਨਾ ਵਾਇਰਸ ਨਹੀਂ ਸੀਗਾ, ਉਦੋਂ ਐਡੀ ਵੱਡੀ ਭਿਆਨਕ ਬਿਮਾਰੀ ਨਹੀਂ ਸੀ ਵਾਟਰ ਲੌਗਿੰਗ, ਉਹ ਆਪਣੇ ਆਪ ਠੀਕ ਹੋ ਜਾਂਦਾ, ਕੋਈ ਮੀਂਹ ਨਾ ਬਾਰਿਸ਼ ਨਾ ਪੈਂਦੀ। ਲੇਕਿਨ 1200 ਕਰੋੜ ਰੁਪਇਆ ਦਿੱਤਾ, ਸੁਨੀਲ ਜਾਖੜ ਨਾਲ ਗਏ, ਰਾਜਨੀਤੀ ਨਹੀਂ ਕੀਤੀ। ਔਰ ਇਸ ਸਮੇਂ ਤੇ ਕਿ ਪੈਸਾ ਇੰਨਾ ਆ ਗਿਆ, ਕੈਪਟਨ ਸਾਹਿਬ ਵੰਡ ਨਹੀਂ ਰਹੇ। ਹੁਣ ਕੱਲ ਪਰਸੋਂ ਇੱਕ ਕੋਈ ਕਹਿ ਰਿਹਾ ਸੀ ਰਾਸ਼ਨ ਆਇਆ ਹੈ, ਉਹ ਨਹੀਂ ਕੈਪਟਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜਾਂ ਰਾਜਾ ਵੜਿੰਗ ਜਾਂ MLA ਉਹ ਰਾਸ਼ਨ ਖਾ ਗਏ ਜਾਂ ਉਹ ਘਰਾਂ 'ਚ ਲੈ ਗਏ। ਜੇ ਕੋਈ ਆਏਗਾ ਤਾਂ ਉਹ ਦੇਵਾਂਗੇ। ਤੇ ਇਹ ਹਿੰਦੁਸਤਾਨ ਸਰਕਾਰ ਸਾਥੋਂ ਟੈਕਸ ਲੈਂਦੀ ਹੈ, ਪੰਜਾਬ ਦਾ GST ਹੈ, ਪੰਜਾਬ ਦਾ ਹੋਰ ਪੈਸਾ ਹੈ, ਸਾਰੇ ਸੂਬਿਆਂ ਨੂੰ ਹਿੰਦੁਸਤਾਨ ਸਰਕਾਰ ਕੋਈ ਆਪ ਤਾਂ ਨਹੀਂ ਪੈਸਾ ਬਣਾ ਰਹੀ, ਉਹ ਜਿੱਥੋਂ ਆ ਰਿਹਾ ਹੈ ਸਾਡੇ ਟੈਕਸ ਦਾ ਉਹ ਸਾਨੂੰ ਪੈਸਾ ਵਾਪਸ ਦੇਣਾ ਹੁੰਦਾ ਹੈ। ਸੋ ਇਹ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ। ਹੁਣ ਇਹਨਾਂ ਨੇ ਇੱਕ ਐਂਬੂਲੈਂਸ ਦਿੱਤੀ, ਨੈਸ਼ਨਲ ਮੀਡੀਆ ਨੇ ਵੀ ਪਿਕਅਪ ਕਰ ਲਿਆ ਕਿ ਵੀ ਇਹ ਬੜੀ ਕਲੀਅਰ ਗੱਲ ਹੋ ਗਈ ਕਿ ਪੰਜਾਬ ਨੂੰ ਇੱਕ ਵੀ ਪੈਸੇ ਦੀ ਮਦਦ ਨਹੀਂ ਆਈ ਹੈ। ਜੇ ਜੋ ਆਈ ਹੈ ਅਜੇ ਤੱਕ 44,000 ਕਰੋੜ, ਜੋ ਕਿ ਮਤਲਬ ਪੰਜਾਬ ਦਾ ਪਿਛਲਾ ਬਕਾਇਆ ਪਿਆ ਹੋਇਆ ਹੈ। ਸੋ ਇਹ ਔਰ ਪੰਜਾਬ ਦੀ ਗੱਲ ਨਹੀਂ ਹੈ, ਸਾਰੇ ਸੂਬੇ ਹੁਣ ਇਹ ਦੁਹਾਈ ਲਗਾ ਰਹੇ ਨੇ ਕੇਂਦਰ ਨੇ ਪੈਸਾ ਨਹੀਂ ਦਿੱਤਾ। ਸੋ ਇਹ ਗੱਲ ਤਾਂ ਸਾਫ਼ ਹੋ ਗਈ। ਜ਼ਰੂਰ ਮੰਨਦੇ ਹਾਂ ਕਿ ਅੱਜ ਸਾਡੀ ਸਿਆਸਤ ਇਕੱਠੀ ਖੜੇ ਹੋ ਕੇ ਪੰਜਾਬ ਦੇ ਹੱਕ ਵਿੱਚ ਗੱਲ ਨਹੀਂ ਕਰ ਰਹੀ, ਮੈਂ ਕਰ ਰਹੀ ਹੈਗੀ ਹੈ। ਟੋਟਲੀ ਐਗਰੀ ਵਿਦ ਦੈਟ। ਬਟ ਜਿੱਥੇ ਮੈਂ ਤੁਹਾਨੂੰ ਨਾਲ ਪੁੱਛ ਲਾਂ, ਮੈਂ ਜਵਾਬ ਦੇ ਦਿਆਂ। ਹਾਂਜੀ, ਐਂਬੂਲੈਂਸ ਦਾ ਜਵਾਬ, ਮੈਂ ਐਂਬੂਲੈਂਸ ਦਾ ਜਵਾਬ ਦੇ ਦਿਆਂ। ਐਂਬੂਲੈਂਸ ਕਿੰਨੇ ਦੀ ਆਉਂਦੀ ਹੈ ਜੀ? ਰਾਜਾ ਵੜਿੰਗ ਨੇ ਵੀ ਇੱਕ ਐਂਬੂਲੈਂਸ ਲੈ ਕੇ ਆਉਂਦੀ ਹੈ। ਤੁਹਾਨੂੰ ਪਤਾ ਉਹ ਕਿੱਥੋਂ ਲੈ ਕੇ ਆਇਆ? ਮੈਂ ਉਹਦੇ 'ਚ ਵੈਂਟੀਲੇਟਰ ਵੀ ਹੈ, ਗਿੱਦੜਬਾਹ 'ਚੋਂ ਐਂਬੂਲੈਂਸ ਲਿਆਂਦੀ ਹੈ, ਕਿਸੇ ਨੂੰ ਪੁੱਛ ਸਕਦੇ ਹੋ। 25 ਲੱਖ ਰੁਪਏ ਦੀ। ਮੈਂ ਕੁਮਾਰੀ ਸ਼ੈਲਜਾ, ਜਿਹੜੀ ਕਿ ਰਾਜ ਸਭਾ ਮੈਂਬਰ ਫਰੋਮ ਹਰਿਆਣਾ ਹੈ, ਮੈਂ ਉਹ ਆਪਦੇ ਗਿੱਦੜਬਾਹ ਵਾਸਤੇ ਅਰੇਂਜ ਕਰਾਈ, ਲੇਕਿਨ ਮੈਂ ਨਹੀਂ ਕੀਤੀ। ਇਹਨਾਂ ਨੇ ਕਰੋਨਾ ਦੇ ਵਿੱਚ ਮੰਤਰੀ, ਕੇਂਦਰੀ ਮੰਤਰੀ ਹੁੰਦਿਆਂ ਹੋਇਆਂ ਇੱਕ ਵੈਨ ਦਿੱਤੀ, ਐਂਬੂਲੈਂਸ ਦਿੱਤੀ। ਉਹ 25 ਦੀ ਹੋਏਗੀ, 30 ਦੀ ਹੋਏਗੀ, 20 ਦੀ ਹੋਏਗੀ। ਮੈਂ 25 ਲੱਖ ਦੀ ਕੀਮਤ ਦੀ ਲਿਆ, ਜਿਹੜੀ ਕਿ ਕੋਈ ਬੰਦਾ MP ਉੱਥੋਂ ਹਰਿਆਣੇ ਤੋਂ ਲੈ ਕੇ ਆਇਆ, ਉਹਨਾਂ ਦਾ ਹੱਕ ਬਣਦਾ ਸੀ, ਉਹਨਾਂ ਦਾ ਪੈਸਾ ਲੈ ਕੇ ਆਇਆ। ਸੋ 20 ਲੱਖ ਰੁਪਇਆ ਦੇ ਕੇ ਦੀ ਵੈਨ ਦੇ ਕੇ ਜਾਂ 20 ਲੱਖ ਰੁਪਏ ਦੀ ਮਸ਼ੀਨ ਦੇ ਕੇ, ਉਹ ਵੀ MP ਲੈਡ ਫੰਡ, ਜਿਹੜਾ ਕਿ ਸਰਕਾਰੀ ਪੈਸਾ ਹੈ, ਤੁਸੀਂ ਇੰਨੀ ਵਾਵਾ ਬਟੋਰ ਰਹੇ ਹੋ। ਮੈਨੂੰ ਨਹੀਂ ਲੱਗਦਾ ਇਹ ਚੰਗੀ ਗੱਲ ਹੈ, ਜਦ ਕਿ ਤੁਸੀਂ ਆਪਦੇ ਪਰਿਵਾਰ ਦੀਆਂ ਸਿਹਤ ਸਹੂਲਤਾਂ ਵਾਸਤੇ ਇਸੇ ਗਵਰਨਮੈਂਟ ਦਾ ਪੈਸਾ, ਪਬਲਿਕ ਮਨੀ, ਤੁਸੀਂ ਕਰੋੜਾਂ ਰੁਪਇਆ ਅਵੇਲ ਕੀਤਾ ਆਪਦੀ ਸਿਹਤ ਵਾਸਤੇ, ਆਪਦੇ ਪਰਿਵਾਰ ਦੀ ਸਿਹਤ ਵਾਸਤੇ, ਆਪਦੇ ਇਲਾਜ ਵਾਸਤੇ, ਤੁਸੀਂ ਪਬਲਿਕ ਮਨੀ। ਤੇ ਤੁਸੀਂ ਇਹ ਗੱਲ ਕਹਿੰਦੇ ਚੰਗੇ ਲਓ, ਇਹ ਕੋਈ ਛੋਟਾ ਕੋਈ ਕਰਿਆਨੇ ਵਾਲਾ ਅਗਰ ਕੋਈ ਵਿਚਾਰਾ ਦਾਨ ਪੰਦਰ ਦਿੰਦਾ ਹੈ, ਉਹ ਇਹ ਗੱਲ ਕਰੇ ਤਾਂ ਚੰਗਾ ਵੀ ਲੱਗਦਾ। ਅਗਲਾ ਕਹਿੰਦਾ ਕਿ ਇਹਨੇ ਕੋਈ ਸਹੂਲਤ ਨਹੀਂ। ਤੁਸੀਂ ਤਾਂ ਕਰੋੜਾਂ ਰੁਪਏ ਦੀਆਂ ਜਨਤਾ ਦੇ ਪੈਸੇ ਦੀਆਂ ਸਹੂਲਤਾਂ ਲੈ ਕੇ 20 ਲੱਖ ਰੁਪਏ ਦੀ ਚੀਜ਼ ਦੇ ਕੇ, ਉਹ ਵੀ ਸਰਕਾਰੀ ਚੀਜ਼, ਸਰਕਾਰੀ ਪੈਸੇ ਦੀ, ਤੁਸੀਂ ਲੋਕਾਂ ਨੂੰ ਇੰਨਾ ਜਿਤਾ ਰਹੇ ਹੋ।
ਤੇ ਸੈਨੀਟਾਈਜ਼ ਵੰਡ ਕੇ ਸੁਖਬੀਰ ਜੀ ਦਾ ਮੈਨੂੰ ਬੜਾ ਮਜ਼ਾਕ ਲੱਗਿਆ, ਇੱਕ ਡੱਬੇ ਸੈਨੀਟਾਈਜ਼ਰ ਦੇ ਫੜੇ ਤੇ ਆਪਦੇ ਐਮਐਲਏ ਨੂੰ ਦੇ ਰਹੇ ਆ, ਉਹ ਜਿਹੜਾ ਐਕਸ ਐਮਐਲਏ ਹੈ ਮਲੋਟ ਦੇ, ਤੇ ਫੋਟੋ ਪਾ ਰਹੇ ਆ। ਈਵਨ ਹਰਸਿਮਰਤ ਕੌਰ ਜੀ ਦੇ ਇੱਕ ਵਧੀਆ ਮਾਸਕ ਮੈਨੂੰ ਲੱਗਦਾ ਕਿ ਲੱਗਿਆ ਕੋਈ ਇੰਪੋਰਟਡ ਚੰਗੇ ਮਹਿੰਗਾ 4-5 ਹਜ਼ਾਰ ਰੁਪਏ ਦਾ, ਉਹ ਨੰਨੀ ਸ਼ਾਨ ਤੋਂ ਘਰੇ ਬਣਾਏ ਹੋਏ ਜਿਹੜੇ ਮਾਸਕ ਲੋਕਾਂ ਨੂੰ ਵੰਡ ਰਹੇ ਆ। ਔਰ ਵੰਡ ਵੀ ਕਿੱਥੇ ਰਹੇ ਹੈ? ਆਪਦੀ ਟਰਾਂਸਪੋਰਟ ਕੰਪਨੀ ਦੇ ਵਿੱਚ, ਉੱਥੇ ਜਿਹੜੀ ਟਰਾਂਸਪੋਰਟ ਆਪਦੇ ਮੁਲਾਜ਼ਮਾਂ ਨੂੰ। ਮੇਰੇ ਕਹਿਣ ਦਾ ਮਤਲਬ ਯਾਰ ਕੀ ਕਰ ਰਹੇ ਹੋ? ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇੰਨਾ ਕੁਛ ਬਖਸ਼ਿਆ ਯਾਰ, ਤੁਹਾਨੂੰ ਇੱਕ ਮਿੰਟ ਇਹ ਕਹਿਣਾ ਚਾਹੀਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਰਕਾਰ ਦੇ ਨਾਲ ਹੈ। 2 ਮਹੀਨਿਆਂ ਬਾਅਦ ਅਸੀਂ ਰਾਜਨੀਤੀ ਕੋਵਿਡ ਤੋਂ ਬਾਅਦ ਕਰਾਂਗੇ। ਜਿੱਥੇ ਜਾਣ ਦੀ ਲੋੜ ਹੈ ਪ੍ਰਧਾਨ ਮੰਤਰੀ ਕੋਲੇ, ਗ੍ਰਹਿ ਮੰਤਰੀ ਕੋਲੇ, ਪੈਸੇ ਦੀ ਖਾਤਰ ਅਸੀਂ ਉਹਦੀ ਮੰਗ ਕਰਾਂਗੇ। ਸੋ ਅਸੀਂ ਇਸ ਮੁੱਦੇ ਤੇ ਇਕੱਠੇ ਹਾਂ। ਉਸ ਤੋਂ ਬਾਅਦ ਸਾਡੇ ਡਿਫਰੈਂਸਿਸ ਹੈਗੇ, ਅਸੀਂ ਲੜਾਂਗੇ, ਅਸੀਂ ਲੜਦੇ ਰਵਾਂਗੇ, ਲੇਕਿਨ ਇਸ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਸੀ। ਰਾਜਾ ਜੀ, ਇੱਕ ਬਲਰਾਜ ਸਿੰਘ ਬੈਥਲ ਨੇ ਜੋ ਤੁਹਾਨੂੰ ਬਹੁਤ ਸਾਰੇ ਸਵਾਲ ਪੁੱਛ ਰਹੇ ਆ, ਮੈਂ ਸਾਰੇ ਸਵਾਲਾਂ ਨੂੰ ਜੋੜ ਕੇ ਤੁਹਾਨੂੰ ਪੁੱਛਦੀ ਹਾਂ। ਉਹ ਕਹਿੰਦੇ ਨੇ ਤੁਹਾਡੇ ਕੋਲ ਆਪਣੇ ਸਬਵੇ ਹੈਗੇ, ਤੁਸੀਂ ਉਹ ਸਬਵਿਆਂ ਤੋਂ ਲੰਗਰ ਕਿਉਂ ਨਹੀਂ ਲਾ ਰਹੇ? ਕਹਿ ਰਹੇ ਕੈਪਟਨ ਸਾਹਿਬ ਆਪਣਾ ਜੋ ਫਾਰਮ ਹਾਊਸ ਹੈ ਉਹ ਕਿਉਂ ਨਹੀਂ ਖੋਲ੍ਹ ਰਹੇ? ਉਹ ਬੋਲ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਰਾਸ਼ਨ ਆ ਰਿਹਾ ਹੈ। ਆਈ ਡੋਂਟ ਨੋ ਕਿਹੜਾ ਰਾਸ਼ਨ ਆ ਰਿਹਾ, ਬਿਕੋਜ਼ ਇਹਦੇ ਬਾਰੇ ਮੈਨੂੰ ਜੋ ਜਾਣਕਾਰੀ ਹੈ ਜੇ ਰਾਸ਼ਨ ਆਇਆ ਨਹੀਂ, ਸਿਰਫ 25% ਤੋਂ ਵੀ ਘੱਟ ਆਇਆ ਹੈਗਾ। ਸੋ ਉਹ ਬਣ ਰਹੇ ਹੋ, ਤੁਸੀਂ ਆਪਣਾ ਫੋਟੋਆਂ ਲਾ ਰਹੇ ਹੋ। ਸੋ ਉਹ ਇਹ ਸਭ ਸਵਾਲ ਪੁੱਛ ਰਹੇ ਕਿ ਵੀ ਸਰਕਾਰ ਕੀ ਕਰ ਰਹੀ ਹੈ? ਅਸੀਂ 2 ਉਦਯੋਗਪਤੀਆਂ ਦੇ ਬਾਰੇ ਕਿਉਂ ਗੱਲ ਕਰ ਰਹੇ ਹਾਂ? ਬੇਸਿਕਲੀ ਇਹ ਆਉਂਦਾ ਕਿ ਅਸੀਂ ਉਹਨਾਂ ਬਾਰੇ ਕਿਉਂ ਗੱਲ ਕਰ ਰਹੇ? ਤੁਹਾਡੇ ਕੋਲ ਪੂਰੀ ਸਰਕਾਰ ਹੈਗੀ ਹੈ। ਬਿਲਕੁਲ ਬਲਰਾਜ ਸਿੰਘ ਜੀ, ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ। ਪਹਿਲੀ ਗੱਲ ਤਾਂ ਇਸ ਸਬਵੇ ਦਾ ਬਹੁਤ ਵੱਡਾ ਇੱਕ ਭੰਬਲ ਭੂਸਾ ਪਾਇਆ ਹੋਇਆ ਇਹਨਾਂ ਨੇ। ਸਬਵੇ ਫਿਰ ਉਹ ਕਹਿੰਦੇ ਗੁਜਰਾਤ 'ਚ ਰਾਜੇ ਦੇ ਸਬਵੇ, ਕਦੇ ਇੱਥੇ, ਕਿ ਜਦ ਕਿ ਮੈਂ ਜਦੋਂ ਇਲੈਕਸ਼ਨ ਲੜਦਾ ਆਪਦੀ ਪ੍ਰੋਪਰਟੀ ਦਾ ਵੇਰਵਾ ਦਿੰਦਾ, ਆਪਦੇ ਨਾਂ ਦਿੰਦਾ, ਮੇਰੀ ਪਤਨੀ ਦੇ ਘਰ ਦਾ ਜਿਹੜਾ ਬੈਂਕ ਅਕਾਊਂਟ ਤੇ ਐਫੀਡੇਵਿਟ ਦਿੰਦਾ। ਸੋ ਆਈ ਡੋਂਟ ਨੋ ਕਿ ਇਹ ਹਰਸਿਮਰਤ ਕੌਰ ਜੀ ਨੇ ਵੀ ਬਹੁਤ ਰੌਲਾ ਪਾਇਆ ਸੀ ਤੇ ਬਲਰਾਜ ਸਿੰਘ ਜੀ ਨੇ ਉਹਨਾਂ ਤੋਂ ਸੁਣ ਲਿਆ ਹੋਣਾ ਹੈ ਸਬਵੇ। ਕੈਨ ਯੂ ਗਿਵ ਮੀ ਐਨੀ ਪ੍ਰੂਫ? ਪਹਿਲਾਂ ਤਾਂ। ਦੂਜੀ ਗੱਲ, ਲੰਗਰ ਦੀ ਗੱਲ ਜਿੱਥੇ ਹੈ ਉਹ ਕਹਿੰਦੇ ਕਿ ਗੁਜਰਾਤ 'ਚ ਹੈ ਇਹਨਾਂ ਦੇ। ਕੋਈ ਗੱਲ ਨਹੀਂ, ਗੁਜਰਾਤ 'ਚ ਤਾਂ ਹੁਣ ਮੈਂ ਪੰਜਾਬ 'ਚ ਲਿਆ ਕੇ ਨਹੀਂ ਦੇ ਸਕਦਾ ਸਬਵੇ ਦਾ ਸਮਾਨ। ਤੀਜੀ ਗੱਲ, ਮੇਰੀ ਧਰਮ ਪਤਨੀ ਦਾ ਤੁਸੀਂ ਦੇਖਿਆ ਹੋਣਾ 40-45 ਦਿਨ ਅਸੀਂ ਆਪਦੇ ਘਰੋਂ ਰਾਸ਼ਨ ਡੇਲੀ ਰੋਜ਼ਾਨਾ ਆਸਰਾ ਫਾਊਂਡੇਸ਼ਨ ਦੇ ਅਧੀਨ, ਬਲਰਾਜ ਜੀ ਜੇ ਤੁਸੀਂ ਚੈੱਕ ਕਰੋ ਜ਼ਰਾ, ਜਾਂ ਇਹਨਾਂ ਨੂੰ ਵੀ ਭੇਜ ਦਿਓ, ਸਾਰੀ ਦੁਨੀਆ ਜਾਣਦੀ ਹੈ ਕਿ ਅਸੀਂ ਉਹ ਆਪਦੇ ਘਰੋਂ ਆਪਦੇ ਕੋਲੋਂ ਦਿੰਦੇ ਰਹੇ। ਤੀਜਾ, ਤੁਸੀਂ ਆਖਿਆ ਕਿ ਕੈਪਟਨ ਸਾਹਿਬ ਦੇ ਆਪਦੇ ਘਰ ਕਿਉਂ ਨਹੀਂ ਲੈਂਦੇ? ਮੈਂ ਕੈਪਟਨ ਸਾਹਿਬ ਦੇ ਘਰ ਦੀ ਜਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਘਰ ਦੀ ਗੱਲ ਨਹੀਂ ਕੀਤੀ। ਐ ਤਾਂ ਬਾਲਾਸਰ ਫਾਰਮ ਹਾਊਸ ਖਾਲੀ ਪਿਆ, ਐ ਤਾਂ ਵੱਡਾ ਜਿਹੜਾ ਬਾਦਲ ਸਾਹਿਬ ਦਾ ਘਰ ਹੈ ਇੱਥੇ ਮੈਂ ਕਹਾਂ, ਪਰ ਉੱਥੇ ਉਹਨਾਂ ਦੀ ਰਹਾਇਸ਼ ਹੈ। ਮੈਂ ਉਹਨਾਂ ਨੂੰ ਨਹੀਂ ਕਿਹਾ ਆਈਸੋਲੇਟ ਸੈਂਟਰ ਬਣਾ ਦਿਓ, ਹੋਟਲ ਖਾਲੀ ਪਿਆ, ਮੈਂ ਉਹਨਾਂ ਨੂੰ ਆਈਸੋਲੇਟ ਸੈਂਟਰ ਕਿਹਾ। ਜਿੱਥੋਂ ਤੱਕ ਤੁਹਾਡੇ ਰਾਸ਼ਨ ਦੀ ਗੱਲ ਹੈ, ਜਿਹੜਾ ਤੁਸੀਂ ਕਿਹਾ ਵੀ ਹਿੰਦੁਸਤਾਨ ਦੀ ਸਰਕਾਰ ਨੇ ਰਾਸ਼ਨ ਦਿੱਤਾ ਸੀ, ਉਹ ਕਿੱਥੇ ਗਿਆ? ਪਹਿਲਾਂ ਲੋਕ ਤੁਸੀਂ ਕਹਿੰਦੇ ਸੀ ਪੈਸਾ ਬੜਾ ਦਿੱਤਾ ਸੀ ਹਿੰਦੁਸਤਾਨ ਦੀ ਸਰਕਾਰ ਨੇ। ਅਸੀਂ ਰਾਸ਼ਨ, ਕੋਈ ਪੰਜਾਬ ਦੀ ਜਨਤਾ ਕਿਸੇ ਇੱਕ ਬੰਦੇ ਤੋਂ ਖਵਾ ਦਿਓ ਕਿ ਅਸੀਂ ਰਾਸ਼ਨ ਖਾ ਗਏ? ਐਮਐਲਏ ਕਰੋਨਾ ਦਾ ਰਾਸ਼ਨ ਆਇਆ ਖਾ ਗਏ, ਕਿ ਮੰਤਰੀ ਖਾ ਗਏ, ਕਿ ਮੁੱਖ ਮੰਤਰੀ ਖਾ ਗਿਆ? ਜੇ ਰਾਸ਼ਨ ਆਏਗਾ 100% ਰਾਸ਼ਨ ਵੰਡਿਆ ਜਾਏਗਾ। ਜਦ ਆਏਗਾ ਉਹ ਵੰਡ ਦਿੱਤਾ ਜਾਏਗਾ। ਇਸ ਗੱਲ ਦੀ ਚਿੰਤਾ ਨਾ ਕਰੋ। ਕੋਈ ਬੰਦਾ ਇਸ ਮੌਕੇ ਤੇ ਅੱਗੋਂ ਰਾਸ਼ਨ ਆਇਆ, ਉਹ ਆਪਦੇ ਘਰੇ ਕਿਸੇ ਨੇ ਕੀ ਖਾਣੀ ਹੈ? ਕੈਪਟਨ ਸਾਹਿਬ ਨੇ ਦਾਲ ਖਾਣੀ ਹੈ, ਜਾਂ ਆਟਾ ਖਾਣਾ ਹੈ, ਜਾਂ ਮੈਂ ਖਾਣਾ ਹੈ, ਜਾਂ ਕਿਸੇ ਹੋਰ ਵਿਅਕਤੀ ਨੇ? ਕੋਈ ਵੀ ਬੰਦਾ, ਬੇਸ਼ੱਕ ਉਹ ਪਿੰਡ ਦਾ ਆਮ ਨਾਗਰਿਕ ਹੋਵੇ, ਉਹ ਅਗਰ ਰਾਸ਼ਨ ਆਏਗਾ ਉਹ ਜ਼ਰੂਰ ਅੱਗੇ ਦੇਗਾ, ਕਿਉਂਕਿ ਇਸ ਔਖੀ ਘੜੀ ਦੇ ਵਿੱਚ ਰੱਬ ਤੋਂ ਬੜਾ ਡਰ ਨਜ਼ਰ ਆਉਂਦਾ ਹੈ ਤੇ ਗਰੀਬਾਂ ਦਾ ਰਾਸ਼ਨ ਕੋਈ ਨਹੀਂ ਰੱਖੇਗਾ। ਤੁਸੀਂ ਬੇਫਿਕਰ ਹੋ ਜਾਓ, ਰਾਸ਼ਨ ਅਗਰ ਆਏਗਾ ਤਾਂ ਵੰਡਿਆ ਜਾਏਗਾ। ਸੋ ਜੇ ਬਾਦਲ ਸਾਹਿਬ ਆਪਦਾ ਬਾਲਾਸਰ ਫਾਰਮ ਹਾਊਸ ਖੋਲ ਦੇਣਗੇ ਜਿੱਥੇ ਰਹਾਇਸ਼ ਹੈ, ਤਾਂ ਰਾਜਾ ਵੜਿੰਗ ਕੋਲੇ ਇੱਕ ਹੀ ਘਰ ਹੈ, ਮੇਰੇ ਕੋਲੇ ਜ਼ਿਆਦਾ ਨਹੀਂ ਹੈ ਉਹਨਾਂ ਜਿੰਨੇ, ਵਾਵਾ ਘਰ ਨਹੀਂ ਹੈ। ਮੈਂ ਆਪਦਾ ਘਰ ਆਈਸੋਲੇਟਡ ਸੈਂਟਰ ਬਣਾ ਦਿਆਂਗਾ, ਮੈਂ ਇਹ ਆਫਰ ਕਰਾਂਗਾ, ਮੈਂ ਕਿਤੇ ਹੋਰ ਜਾ ਕੇ ਰਹਿ ਲਾਂਗਾ ਜੀ। ਰਾਜਾ ਜੀ, ਮੈਂ ਇਹ ਕਹਿ ਰਹੀ ਕਿ ਇੱਕ ਪਰਿਵਾਰ ਤੇ ਕਿਉਂ ਕੇਂਦਰ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਅੱਜ ਤੱਕ, ਮੇਰਾ ਜੋ ਪਰਸਨਲ ਵਿਊ ਹੈ, ਜੇ ਤੱਕ
इस गल ते कि नंदेड़ साहब तो असी यात्री जो फसे हुए सी उन्हां नूं वापस लैके आन, जब तक असी इस मुद्दे ते राजनीति नहीं लैके आए सीगे पंजाब सरकार बहुत वधिया काम कर रही सी। और मैं ठोक के कह रही सी कि बाकी सूबिਆਂ के मुताबिक साडी सरकार जे केरला नंबर 1 ते पंजाब नंबर 2 चल रहा सी, जिस तरह असी कंट्रोल किया सीगा। ये राजनीति के चक्कर विच क्योंकि उतों क्रेडिट लैन की वॉर शुरू हुई, इन्नी हफड़ा दफड़ी हो गई। पहला महाराष्ट्र तो बसेस चल गई, प्राइवेट बसेस आ गई, फिर पंजाब सरकार दी बसेस, पंजाब सरकार जो होला महला टाइम इन्नी कंट्रोल विच सी, इन्ने हवाई जहाज़ आए तां कंट्रोल विच सी। सिर्फ इस राजनीति के चक्कर विच अज पंजाब विच किन्ने केसेस वध गए ने, कंट्रोल नहीं रहा। और जिस तरह बसेस आई हैं, जिवें जिवें हुण सच निकल के आंदा पिया हैगा, मैनू एक अकाली आगू दी किसी होर चैनल ते स्पीच सी कि भी कहंदे कि भी मैनू नंदेड़ साहब तो फोन आई जा रहे सीगे ते मैं नाल बसां विच लोग चढ़ाई जा रहा सीगा। सो जो लोग बसां चो आए ने वो सिर्फ एक पॉइंट तो चैक होके नहीं आए उन्होंने, और किन्ने लोगों नूं नाल चढ़न दिता गया है। सो भावें गलती उन्हां दी सी, अज सत्ता तुहाडे कोल है, कंट्रोल कांग्रेस पंजाब सरकार दा बंदा सीगा। सो तुसी इस जो फैसला लिया सी राजनीति नहीं करनी, उस तो पिछे हट के पंजाब दा नुकसान नहीं करता। निमरत जी बिल्कुल तुसी सही हो कि पंजाब ने बड़े बेखूबी नाल बड़ा कंट्रोल रखा हुआ सी, लेकिन सियासत शुरू हुई, मोदी जी ने कहा सी कि जिथे बंदा जिहड़ा बैठा है उत्थे बैठा रहे, लेकिन हरसिमरत कौर जी उन्होंने उस गल तो बाहर जाके उन्होंने गल की। हालांकि कैप्टन अमरिंदर सिंह ने नंदेड़ साहब के यात्रियों को लियाउण वास्ते पहले ही ट्वीट कर दिता सी, सरकार नाल गल चल रही सी उन्होंने भी किद्दां लैके आउणा है, किद्दां लैके आउणा है, हरसिमरत जी के उपराले तो पहला। पर हरसिमरत जी ने जान बुझ के इन्होंने आख्या कि मेरे को हुण एक पॉइंट है, किवें ना किवें इदां मैं इमेज क्रिएट करा, क्योंकि सिखां दे विच इमेज खराब हो चुकी है आफ्टर दिस बैबल कला कांड, बगराड़ी कांड। लोग हुण सिख मनण लई तैयार नहीं है इन्हां नूं। सो इन्होंने उन्होंने कहा कि नंदेड़ साहब दी लोगों नूं असीं लैके आवांगे, फलां करांगे। सो उपराला किया, थोड़ी जी जल्दबाजी च सरकार ते प्रैशर भी पिया इस गल का, नैचुरली है कि सरकार की जिम्मेदारी है कि असीं लैके आईए। जे कोई थर्ड बंदा विच उस गल नूं जल्दबाजी कर रहा है, हर चीज़ का सिस्टम बनता है, पॉलिसी बनती है, स्कीम बनती है भी कित्थे लियाने है, किद्दां आउणगे, किहड़े-किहड़े शहर दे विचों एंट्री पॉइंट होणगे, उन्हां नूं कित्थे आइसोलेट किया जाएगा। वो टाइम लग थोड़ा जा मेरे ख्याल चाहिदा सी उहदे वास्ते, चंगी पॉलिसी वास्ते लियाउणा तां सीगा ही, साडे ही वो लोग है, साडे भरा है, असीं उन्हां नूं लैके आउणा सी। लेकिन उस जल्दबाजी दे विच इन्हां ने उत्थे औरंगाबाद दी कंपनी एक नाल गल कीती, उन्हां तों परमिशन लई, बस कंपनी सी ब्रिजवे कंपनी दीआं बसां सीगीआं। कल परसों मजीठिया साहब की मैं सुन रहा सी, कहंदे AC बसां करके जिहड़ियां पहलियां बसां गईयां सी, इन्हां दीयां बसां भी AC गईयां सी। उन्होंने डेली पोस्ट दे उहदे ते मैं देखी होरी ब्रिजवे कंपनी दीयां जिहड़ियां बसां सीगीआं। जिहड़ी तुसीं गल कह रहे हो, टैसट उत्थे किसी का नहीं होया, एक भी बंदे का टैसट नहीं होया। नॉर्मल जिहड़ा टैसट हुंदा कि किसी नूं कोई सिम्पटम्स तो नहीं है, टैंपरेचर तो नहीं, वो टैसट होया, ना कि कोविड का कोई एक व्यक्ति का टैसट नहीं होया। फिर कल परसों इन्हां दे एक MLA सो कॉल्ड कंटेस्टेड कैंडीडेट दी ब्रिगेडियर रहे है, उन्हां दी वॉइस मैसेज चल रही सी, वीडियो मैसेज, कि उन्होंने लोगों को कहा कि यार जिन्हें आना है तुसीं जल्दी जल्दी उत्थे पहुंचो, हजूर साहब पहुंचो। जो लोगों को ये पता लग गया कि एक उतों कोई उपराला किया जा रहा हजूर साहब के यात्रियों को लैके आउण दा, ते जिन्ने आसे पासे लोग बैठे सी महाराष्ट्र चो हजूर साहब आ गए। जो हुण समझ आई है सारी गल, वो यात्रियों के नाल, श्रद्धालु भरावां दे नाल, वो सारे बेचारे भरा दूजे भी वो आए, क्योंकि उन्होंने भी आपदे घरां च परतना सी। कोई इन्फेक्टेड आदमी तो ये सारा काम उत्थे शुरू हो गया। रास्ते च लंगर भी दिते गए, ईवन बीकानेर के लोगों ने किते लंगर खुआया, किते किसी ने खुआया, हर व्यक्ति ने सेवा भावना का काम शुरू किया। और इन्होंने इल्जाम लाता, कहना AC बसां इस करके भेजतियां, इन्होंने पता सी, ਇਹਦਾ मतलब ਅਸੀਂ जान के AC ਬੱਸਾਂ ਭੇਜੀਆਂ। AC ਬੱਸਾਂ ਲੋਕਾਂ ਦੀ ਸਹੂਲਤ ਵਾਸਤੇ ਇੰਨੇ ਲੰਮਾ ਸਫ਼ਰ ਹੋਣਾ ਸੀਗਾ। ਫਿਰ ਕਹਿੰਦੇ ਸੋਸ਼ਲ ਡਿਸਟੈਂਸ ਨਹੀਂ ਬਣਾ ਕੇ ਰਹੇ, ਸੋਸ਼ਲ ਡਿਸਟੈਂਸ ਅਸੀਂ ਬਣਾ ਕੇ ਰੱਖਿਆ। ਕੁਝ ਲੋਕ ਟਰੱਕਾਂ ਤੇ ਆ ਗਏ। ਮੈਂ ਤੁਹਾਨੂੰ ਦੱਸਦਾ ਕਿ ਸਾਡੇ ਇੱਕ ਕੌਣੀ ਪਿੰਡ ਦਾ ਵਿਅਕਤੀ ਕਾਲਾ ਸਿੰਘ ਜਿਹੜਾ ਆਈਸੋਲੇਟਡ ਪੋਜ਼ਿਟਿਵ ਆਇਆ, ਉਹ ਟਰੱਕ ਤੇ ਆਇਆ, ਉਹਦੇ ਨਾਲ 46 ਲੋਕ ਆਏ, 46 ਲੋਕ ਨੈਗੇਟਿਵ ਆ ਗਏ, ਉਹਦੀ ਵਾਈਫ ਨੈਗੇਟਿਵ ਆ ਗਈ, ਲੇਕਿਨ ਉਹ ਪੋਜ਼ਿਟਿਵ ਆਇਆ ਹੈ। ਸੋ ਇਹਨਾਂ ਦੀ ਹਰਕਤ ਦੇਖ ਲਓ। ਸਾਨੂੰ ਸਰਕਾਰ ਨੂੰ ਤਾਂ मतलब कि पूरा दबाव, प्रैशर, पॉलिटिक्स करके
ਤੁਹਾਨੂੰ ਪਤਾ ਹੋਣਾ ਕਿ ਸੁਖਬੀਰ ਸਿੰਘ ਬਾਦਲ ਨੇ ਆਈਸੋਲੇਟ ਕੀਤੇ ਬੰਦੇ, ਹਜ਼ੂਰ ਸਾਹਿਬ ਤੋਂ ਆਏ ਬੰਦੇ, ਜਲਾਲਾਬਾਦ ਦੇ ਵਿੱਚ ਆਈਸੋਲੇਟ ਕੀਤੇ ਲੋਕਾਂ ਨੂੰ ਉੱਥੇ ਜਾ ਕੇ ਦੂਰ ਖੜ ਕੇ ਕਿਹਾ ਕਿ ਜਾਓ ਇਹਨਾਂ ਨੂੰ ਘਰੇ ਭੇਜੋ, ਤਾਂ ਜੋ ਇਹ ਕਹਿਣਾ ਚਾਹੁੰਦੇ ਸੀ ਵੀ ਦੇਖੋ ਮੈਂ ਸਿੱਖਾਂ ਦਾ ਰੱਖ ਹੈ, ਇਹ ਬਗਰਾੜੀ ਨਹੀਂ ਗਏ, ਇਹ ਕੋਟਕਪੂਰਾ ਨਹੀਂ ਆਏ, ਇਹ ਬਾਈਬਲ ਕਲਾ ਨਹੀਂ ਆਏ। ਆਮ ਸੇਇੰਗ ਜਿੱਥੇ ਅਸੀਂ ਚੰਡੀਗੜ੍ਹ ਵਿੱਚ ਵੇਖਿਆ ਕਿ ਜਿੰਨਾ ਮਰਜ਼ੀ ਇੰਪੋਰਟੈਂਟ ਬੰਦਾ ਆ ਜਾਏ, ਪੁਲਿਸ ਤੇ ਕਾਂਸਟੇਬਲ ਨੇ ਵੀ ਉਹਨਾਂ ਨੂੰ ਵੈਰੀ ਇਡੀਓਟਿਕ ਪਰਸਨ ਕਹਿ ਕੇ ਕਹਿਤਾ ਜਿਵੇਂ ਮੈਂ ਨਹੀਂ ਗੱਲ ਮੰਨਾਂਗਾ, ਜੋ ਮੇਰੀ ਨੈਸ਼ਨਲ ਡਿਜ਼ਾਸਟਰ ਚੱਲ ਰਿਹਾ ਹੈਗਾ, ਮਹਾਮਾਰੀ ਚੱਲ ਰਹੀ ਹੈ, ਮੈਂ ਆਦੇਸ਼ ਫੋਲੋ ਕਰਾਂਗਾ। ਤੇ ਫਿਰ ਉਸ ਡਾਕਟਰ ਨੇ ਕਿਉਂ ਜਾਣ ਦਿੱਤਾ ਇੱਕ ਸਿਆਸਤਦਾਨ ਤੇ ਕਹਿਣ ਤੇ, ਭਾਵੇਂ ਉਹ ਕਿੰਨੇ ਵੀ ਵੱਡੇ ਸਿਆਸਤਦਾਨ ਹੋ, ਜੇ ਉਹ ਗਲਤ ਕਹਿ ਰਹੇ ਤਾਂ ਗਲਤ ਕਹਿ ਰਹੇ ਨੇ, ਇੱਕ ਡਾਕਟਰ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਸਭ। ਸੋ ਪੰਜਾਬ ਵਿੱਚ ਇਹੋ ਜਿਹੀਆਂ ਗੱਲਾਂ ਕਿ ਅੱਜ ਅਸੀਂ ਮਤਲਬ ਇੰਨੀ ਕਲੈਰਿਟੀ ਨਹੀਂ ਹੈ ਸਾਡੇ ਜਿਹੜੇ ਡਾਕਟਰਸ ਨੇ ਜਾਂ ਸਾਡੇ ਪੰਜਾਬ ਸਰਕਾਰ ਦੇ ਕਰਮਚਾਰੀ, ਉਹਨਾਂ ਨੂੰ ਪੰਜਾਬ ਸਰਕਾਰ ਦੇ ਆਦੇਸ਼ ਫੋਲੋ ਕਰਨ ਵਿੱਚ ਸਮਝ ਨਹੀਂ ਹੈ ਕਿ ਵੀ ਬੱਸਾਂ ਤੇ ਐਵੇਂ ਨਹੀਂ ਕਿਸੇ ਨੂੰ ਚੜ੍ਹਨ ਦੇਣਾ। ਸੋ ਇਹ ਲਾਪਰਵਾਹੀ ਤਾਂ ਪੰਜਾਬ ਸਰਕਾਰ ਦੇ ਸਿਰ ਤੇ ਹੀ ਆਉਂਦੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੇਕਿਨ ਇੱਕ 5 ਵਾਰ ਦੇ ਰਹੇ ਮੁੱਖ ਮੰਤਰੀ ਦੇ ਸਾਹਮਣੇ ਇੱਕ ਸਿਵਲ ਸਰਜਨ ਜਾਂ ਵਿਚਾਰਾ ਡਾਕਟਰ ਕਈ ਵਾਰੀ ਕਮਜ਼ੋਰ ਪੈ ਜਾਂਦਾ ਹੈ। ਫਿਰ ਉੱਥੇ ਦੇਖ ਕੇ ਉਹਨਾਂ ਦਾ ਇੰਪ੍ਰੈਸ਼ਨ ਦੇਖ ਕੇ ਉਹ ਨਹੀਂ ਹੋਣਾ ਚਾਹੀਦਾ ਸੀ। ਬਿਲਕੁਲ ਮੈਂ ਸਮਝ ਲਿਆ, ਪਰ ਜਿਹੜਾ ਬੱਸ ਦਾ ਡਰਾਈਵਰ ਜਿਹਨੇ ਰਸਤੇ ਵਿੱਚ ਰੋਕ ਕੇ ਲੋਕ ਬੱਸਾਂ ਚੜਾਈਆਂ ਤੇ ਉਹਨੂੰ ਤਾਂ ਕੋਈ ਉਸ ਟਾਈਮ ਸਿਆਸਤਦਾਨ ਨਹੀਂ ਕਹਿ ਰਿਹਾ ਸੀ ਨਾ ਕਿ ਵੀ ਤੂੰ ਬੱਸਾਂ ਤੋਂ ਚੜਾ ਬੰਦੇ। ਮਤਲਬ ਅੱਜ ਅਸੀਂ ਬਿਕੋਜ਼ ਮੈਨੂੰ ਇੱਥੇ ਲੋਕ ਇਹ ਵੀ ਪੁੱਛ ਰਹੇ ਨੇ ਕਿ ਕਮਿਊਨਿਟੀ ਸਪਰੈਡ ਪਹੁੰਚ ਗਿਆ, ਤਾਂ ਇਸ ਤਰੀਕੇ ਮਤਲਬ ਅਸੀਂ ਕਮਿਊਨਿਟੀ ਸਪਰੈਡ ਪਹੁੰਚ ਗਿਆ ਤੇ ਨਾ ਕਮਿਊਨਿਟੀ ਨੂੰ ਸਮਝਾ ਪਾਇਆ ਕਿ ਵੀ ਇਹਦੇ ਨਾਲ ਅਸੀਂ ਦੂਰੀ ਕਿਸ ਤਰ੍ਹਾਂ ਮੇਨਟੇਨ ਕਰਨੀ ਹੈ। ਨਿਮਰਤ ਜੀ ਇਹ ਬਿਲਕੁਲ ਗੱਲ ਠੀਕ ਹੈ, ਲੇਕਿਨ ਕੁਝ ਲੋਕ ਉਹਦਾ ਅਸਰ ਵੀ ਨਹੀਂ ਕਰਦੇ। ਹੁਣ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਗੱਲ ਕਹਿੰਦੇ ਕਿ ਬਈ ਤੁਸੀਂ ਬਾਹਰੋਂ ਆਏ ਹੋ, ਤੁਸੀਂ ਰਾਜਸਥਾਨ ਚੋਂ ਆਏ ਹੈ, ਯਾਤਰੀ ਨਹੀਂ, ਜਿਹੜੇ ਕੋਈ ਲੇਬਰ ਵਾਲੇ ਭਰਾ ਹੈ ਉਹ ਨਹੀਂ ਰੁਕਦੇ ਘਰੇ, ਫਿਰ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਵੀ ਕਰੀਦੀ ਹੈ। ਫਿਰ ਪਿੰਡ ਵਾਲੇ ਲੋਕ ਇਹ ਕਹਿੰਦੇ ਆ ਕਿ ਭਾਈ ਹੁਣ ਦੇਖ ਲਓ ਕਾਨੂੰਨੀ ਕਾਰਵਾਈ ਕਰਤੀ, ਇੱਕ ਤਾਂ ਕਰੋਨਾ ਚੱਲੀ ਜਾਂਦਾ ਹੈ, ਤਮਾਮ ਗੱਲਾਂ ਸਾਰੇ ਪਹਿਲੂ ਸਰਕਾਰ ਨੂੰ ਦੇਖਣੇ ਪੈਂਦੇ ਆ। ਲੇਕਿਨ ਸਖਤੀ ਨਾਲ ਰਵੱਈਆ, ਤੁਸੀਂ ਪਿੱਛੇ ਜਦੋਂ ਇਹ ਕਰਫਿਊ ਲੱਗਿਆ ਹੈ, ਲੋਕਾਂ ਨੇ, ਪੁਲਿਸ ਨੇ ਲੋਕਾਂ ਦੀਆਂ ਵੀਡੀਓਜ਼ ਪਾਈਆਂ, ਉਹ ਜਾਣਬੁੱਝ ਕੇ ਮੈਨੂੰ ਲੱਗਦਾ ਵੀਡੀਓਜ਼ ਆਈਆਂ ਸੀਗੀਆਂ ਜਿਹੜੀਆਂ ਨੂੰ ਥੋੜਾ ਜਿਹਾ ਮਾਰ ਰਹੇ ਸੀ, ਉਹਨਾਂ ਨੂੰ ਉਠਕ ਬੈਠਕ ਕਰਾ ਰਹੇ ਸੀ। ਉਹਦਾ ਕਾਰਨ ਇਹ ਸੀ ਕਿ ਲੋਕ ਡਰ ਜਾਣ, ਲੇਕਿਨ ਉਸ ਤੋਂ ਬਿਨਾਂ ਤਾਂ ਕਿਸੇ ਨੇ ਉਹ ਹੋਣਾ ਹੀ ਨਹੀਂ ਸੀ, ਕਰਫਿਊ ਲਾਗੂ ਹੀ ਨਹੀਂ ਹੋਣਾ ਸੀ। ਲੋਕਾਂ ਨੇ ਫਿਰ ਉਹ ਕੀ ਹਾਦਸਾ ਹੋਇਆ ਹਰਜੀਤ ਸਿੰਘ ਦੇ ਨਾਲ ਹੋਇਆ, ਮੈਨੂੰ ਲੱਗਦਾ ਕਿ ਫਿਰ ਕਈਆਂ ਨੇ ਉਹਦੇ ਤੇ ਵੀ ਸਿਆਸਤ ਕੀਤੀ ਕਿ ਨਹੀਂ ਇੱਦਾਂ ਗਲਤ ਹੋਇਆ। ਸੋ ਮੇਰੇ ਕਹਿਣ ਦਾ ਮਤਲਬ ਕਿ ਸਿਆਸਤ ਅਗਰ ਨਾ ਕਰਦੇ, ਬਟ ਉਹ ਤਾਂ ਤੁਹਾਡੇ ਹੱਥ ਵਿੱਚ, ਤੁਸੀਂ ਸਿਆਸਤ ਜੇ ਕੋਈ ਕਰ ਵੀ ਰਿਹਾ ਸੀ ਤੁਸੀਂ ਉਸ ਲੈਵਲ ਤੇ ਨਾ ਆਉਂਦੇ। ਚੰਗੀ ਤਰ੍ਹਾਂ ਸੰਭਾਲਿਆ ਹੋਇਆ ਸੀ, ਬਟ ਇੱਕ ਕਮਜ਼ੋਰੀ ਤੁਹਾਡੀ ਵੀ ਨਾ, ਉਹਨੂੰ ਵੀ ਲੈ ਕੇ ਆਉਂਦੇ ਅਸੀਂ ਜਿਵੇਂ ਬੱਚਿਆਂ ਨੂੰ ਕਹਿੰਦੇ ਆ ਜੇ ਗੁੱਸਾ ਆ ਰਿਹਾ ਹੈ, ਜਿੰਨੇ ਵੀ ਲੋਕ ਸੀ ਲੈ ਕੇ ਆਉਂਦੇ, ਲੇਕਿਨ ਬੰਦੋਬਸਤ ਕਰਕੇ ਤਰੀਕੇ ਨਾਲ, ਕਿਉਂਕਿ ਹਰ ਚੀਜ਼ ਨੂੰ ਟਾਈਮ ਚਾਹੀਦਾ ਹੁੰਦਾ ਹੈ। ਤੁਸੀਂ ਹੁਣ ਚੈਨਲ ਨੂੰ ਮੈਨੂੰ ਦਿਖਾਉਣਾ ਹੈ, ਆਪਦੇ ਬੰਦੇ ਨੂੰ ਕਹੋਗੇ ਵੀ ਤਿਆਰੀ ਕਰ, ਸਿਸਟਮ ਬਣਾ, ਇੰਟਰਵਿਊ ਲੈਣੀ ਹੈ, ਸਿੱਧਾ ਆ ਕੇ ਰਾਤ ਨੂੰ ਸੁੱਤੇ ਪਿਆ ਨੂੰ ਉਠਾ ਕੇ ਤੁਹਾਨੂੰ ਕਿਹਾ ਜਾਵੇ ਕਿ ਵੀ ਉਹ ਚੰਗੇ ਤਰੀਕੇ ਨਾਲ ਤੁਸੀਂ ਡਿਲੀਵਰ ਨਹੀਂ ਕਰ ਪਾਓਗੇ। ਸੋ ਸਰਕਾਰ ਦੀ ਅਸੀਂ ਮੰਨਦੇ ਹਾਂ ਸਾਥੋਂ ਗਲਤੀ ਹੋਈ, ਸਾਨੂੰ ਇਹਨਾਂ ਲੋਕਾਂ ਦੇ ਪ੍ਰੈਸ਼ਰ 'ਚ ਨਹੀਂ ਆਉਣਾ ਚਾਹੀਦਾ ਸੀ, ਸਾਨੂੰ ਬਿਲਕੁਲ ਨਹੀਂ ਸੁਣਨੀ ਚਾਹੀਦੀ ਸੀ। ਅਸੀਂ 2 ਦਿਨ ਡਿਲੇ ਕਰਦੇ, ਅਸੀਂ ਹੋਰ ਚੰਗੇ ਸਾਨੂੰ ਬੰਦੋਬਸਤ ਕਰਨੇ ਚਾਹੀਦੇ ਸੀ। ਰਾਜਾ ਜੀ, ਦੂਜਾ ਮੈਂ ਕਈ ਸੈਂਟਰ ਦੇ ਵਿੱਚ ਵੱਖ-ਵੱਖ ਜੋ ਯਾਤਰੀ ਕੁਆਰੰਟੀਨ ਉਹਨਾਂ ਨਾਲ ਗੱਲ ਕੀਤੀ, ਕਈ ਸੈਂਟਰ ਵਿੱਚ ਹਾਲਾਤ ਚੰਗੇ ਨੇ, ਬਟ ਕੱਲ ਮੇਰੀ ਇੱਕ ਸੈਂਟਰ ਤੇ ਗੱਲ ਹੋਈ, ਛੇਟੇ ਪਿੰਡ ਵਿੱਚ ਹੈਗਾ, ਰਾਧਾ ਸਵਾਮੀ ਦੇ ਡੇਰੇ ਤੇ ਹੈਗਾ, ਤੇ ਉੱਥੇ ਮੈਨੂੰ ਇਹ ਪਤਾ ਸਮਝ ਜੋ ਆਈ ਕਿ ਲੋਕਾਂ ਨਾਲ ਕੋਈ ਸਮਝਾ ਹੀ ਨਹੀਂ ਰਿਹਾ। ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਕਿ ਉਹ ਪੋਜ਼ਿਟਿਵ ਆਣ ਜਾਂ ਨੈਗੇਟਿਵ ਆਣ। ਜੇ ਪੋਜ਼ਿਟਿਵ ਵੀ ਆਉਂਦੇ ਉਹਨਾਂ ਨੂੰ ਫਿਰ ਵੀ 15 ਦਿਨ ਜਾਂ 21 ਦਿਨ ਕੁਆਰੰਟੀਨ 'ਚ ਰਹਿਣਾ ਪਏਗਾ। ਇੱਕ ਬੱਚੀ ਐਸੀ ਸੀ ਜਿਹਦੇ ਮਾਂ-ਬਾਪ ਨੂੰ ਪੋਜ਼ਿਟਿਵ ਆਏ ਨੇ, ਉਹ ਅਦੋਂ ਤਾਂ ਰਿਪੋਰਟ ਆਈ ਨਹੀਂ, ਤੇ ਮਾਂ-ਬਾਪ ਦੇ ਰਾਤ ਨੂੰ ਲੈ ਗਏ ਨੇ, ਤੇ ਬੱਚੀ 3 ਦਿਨ ਤੋਂ ਇਕੱਲੀ ਇੰਨੇ ਅਣਜਾਣ ਨੂੰ ਲੋਕਾਂ ਵਿੱਚ ਰਹਿ ਰਹੀ ਹੈ। ਸੋ ਇਹ ਕਾਫੀ ਘਬਰਾਹਟ ਵਾਲੀ ਗੱਲ ਹੈ, ਕਿਉਂਕਿ ਇੱਥੇ ਵੀ ਬੱਚਿਆਂ ਨੂੰ ਤਾਂ ਅਸੀਂ, ਛੋਟੀ ਬੱਚੀ ਹੈਗੀ ਹੈ, ਮੈਂ ਤੁਹਾਨੂੰ ਵੀਡੀਓ ਜ਼ਰੂਰ ਸ਼ੇਅਰ ਕਰਾਂਗੀ ਕਿ ਵੀ ਅੱਜ ਵੀ ਅਸੀਂ 40 ਦਿਨ ਕੀਤਾ ਕਿ ਜੇ ਸਾਡੀ ਮੈਨੇਜਮੈਂਟ ਹੀ ਤਿਆਰ ਨਹੀਂ ਹੋਈ, ਪੰਜਾਬ ਸਰਕਾਰ ਨੇ ਇੰਨੇ ਦਿਨਾਂ ਵਿੱਚ ਕੁਆਰੰਟੀਨ ਵਾਲੇ, ਜਿਵੇਂ ਤੁਸੀਂ ਕਹਿ ਰਹੇ ਹੋ ਹੁਣ ਵਿਦੇਸ਼ਾਂ ਤੋਂ ਵੀ ਲੋਕ ਆਉਣਗੇ। ਸੋ ਕਿਸ ਤਰ੍ਹਾਂ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਣਾ ਹੈ, ਬੱਚਿਆਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ, ਉਹਨਾਂ ਨੂੰ ਇਕੱਲੇ ਛੱਡਣਾ, ਉਹਨਾਂ ਦੇ ਸਿਰ ਤੇ ਕੌਣ ਆਏਗਾ? ਸੋ ਇਹੋ ਜਿਹੀਆਂ ਚੀਜ਼ਾਂ ਕੌਣ ਦੇਖੇਗਾ? ਬਿਲਕੁਲ ਮੈਨੂੰ ਲੱਗਦਾ ਕਿ ਐਡਮਿਨਿਸਟ੍ਰੇਸ਼ਨ ਦੀ ਨਲਾਇਕੀ ਹੈ, ਜ਼ਿੰਮੇਵਾਰੀ ਬਣਦੀ ਹੈ ਕਿ ਕਿਵੇਂ ਨਾ ਕਿਵੇਂ ਬੱਚਿਆਂ ਨੂੰ, ਕਿਉਂਕਿ ਮਾਂ-ਬਾਪ ਨੂੰ ਇਹ ਲੱਗਿਆ ਹੋਏਗਾ, ਮੇਰੇ ਖਿਆਲ ਲੱਗਦਾ ਹੋਏਗਾ ਕਿ ਅਸੀਂ ਪੋਜ਼ਿਟਿਵ ਆ ਗਏ ਹਾਂ,
ਸੋ ਇਸ ਕਰਕੇ ਅਸੀਂ ਬੱਚਿਆਂ ਨੂੰ ਆਪਦੇ ਨਾਲ ਨਾ ਲੈ ਕੇ ਜਾਈਏ। ਲੇਕਿਨ ਇਹ ਸਰਕਾਰ ਦੀ ਜਾਂ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਬਣਦੀ ਸੀ। ਆਈ ਡੋਂਟ ਨੋ ਕੌਣ ਹੈ ਉੱਥੇ ਐਡਮਿਨਿਸਟ੍ਰੇਟਰ ਜਾਂ ਕਿਹੜਾ ਜ਼ਿਲ੍ਹੇ ਦੀ ਗੱਲ ਕਰ ਰਹੇ ਹੋ ਤੁਸੀਂ, ਬਟ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਕਿ ਉਹ ਬੱਚਿਆਂ ਨੂੰ ਉਹ ਕਿਸੇ ਆਪਦੇ ਰਿਸ਼ਤੇਦਾਰਾਂ ਕੋਲ ਛੱਡ ਕੇ ਆਉਂਦੇ ਜਾਂ ਉਹਨਾਂ ਨੂੰ ਕਿਤੇ ਹੋਰ ਜਗ੍ਹਾ ਤੇ ਲੈ ਕੇ ਜਾਂਦੇ। ਇਹ ਜ਼ਿੰਮੇਵਾਰੀ ਸਾਡੀ ਬਣਦੀ ਹੈ। ਇਹ ਸਰਕਾਰ ਦੀ ਬੰਦੀ ਨਾ, ਕੁਝ ਉਹਨਾਂ ਦਾ ਕੋਈ ਕੰਟਰੋਲ ਹੀ ਨਹੀਂ ਹੈਗਾ। ਸੋ ਪਲੀਜ਼ ਸਾਡਾ ਇਹ ਪੁਆਇੰਟ ਜ਼ਰੂਰ ਰੇਜ਼ ਕਰਨਾ। ਨਿਮਰਤ, ਆਈ ਐਮ ਫੁਲੀ ਐਗਰੀ ਵਿਦ ਯੂ ਕਿ 100% ਫੁੱਲ ਪ੍ਰੂਫ ਨਹੀਂ ਹੋ ਸਕਦਾ ਕਿਤੇ ਕੰਮ। ਜਿੱਥੇ ਨਲਾਇਕੀਆਂ ਹੈਗੀਆਂ, ਤੁਸੀਂ ਜਿੱਦਾਂ ਸਾਡੇ ਧਿਆਨ 'ਚ ਲਿਆ ਰਹੇ ਹੋ, ਉਹਨਾਂ ਨਲਾਇਕੀਆਂ ਨੂੰ ਦੂਰ ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਐਵਰੀਥਿੰਗ ਇਜ਼ ਪਰਫੈਕਟ। ਬਹੁਤ ਸਾਰੇ ਸੈਂਟਰ ਚੰਗੇ ਚੱਲ ਰਹੇ ਆ, ਬਹੁਤ ਸਾਰੇ ਸੈਂਟਰਸ ਦੇ ਵਿੱਚ ਕਈ ਚੀਜ਼ਾਂ, ਹੁਣ ਕੱਲ ਜਿਵੇਂ ਮੈਨੂੰ ਉਹਨਾਂ ਨੇ ਆਖਿਆ ਕਿ ਅਸੀਂ ਬਨਾਨਾ, ਸਾਨੂੰ ਖਾਣ ਨਾਲ ਸਾਨੂੰ ਲੱਗਦਾ ਕਿ ਅਸੀਂ ਬਨਾਨਾ ਨਹੀਂ ਖਾਵਾਂਗੇ ਜਿਹੜੇ ਕੋਵਿਡ ਪੇਸ਼ੈਂਟ ਹੈਗੇ, ਸਾਨੂੰ ਕੋਈ ਹੋਰ ਫਰੂਟ ਦਿੱਤਾ ਜਾਵੇ, ਦੁੱਧ ਭੇਜਿਆ ਜਾਵੇ, ਗੀਜ਼ਰ ਨਹੀਂ ਹੈ। ਉਹ ਨਾਲ ਦੀ ਨਾਲ ਐਡਮਿਨਿਸਟ੍ਰੇਸ਼ਨ ਦੇ ਅਸੀਂ ਧਿਆਨ 'ਚ ਲਿਆਂਦਾ। ਮੁਕਤਸਰ ਦੀ ਗੱਲ ਹੈ, ਗੀਜ਼ਰ ਲੱਗ ਗਏ, ਬਕਟਸ ਮਿਲ ਗਈਆਂ, ਜੋ ਜਿਵੇਂ ਅੰਦਰੋਂ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ। ਬਿਲਕੁਲ ਜਿੱਥੇ ਇਹੋ ਜਿਹੀ ਗੱਲ ਹੈ ਉੱਥੇ ਸਰਕਾਰ ਨੂੰ ਨਜ਼ਰ ਰੱਖਣੀ ਚਾਹੀਦੀ ਹੈ, ਨਜ਼ਰ ਅੰਦਾਜ਼ੀ। ਤੁਸੀਂ ਮੈਨੂੰ ਵੀਡੀਓ ਭੇਜੋ ਸੋ ਦੈਟ ਉਹਨਾਂ ਆਫਿਸਰਸ ਦੇ ਖਿਲਾਫ ਵੀ ਕਾਰਵਾਈ ਹੋਵੇ ਤੇ ਉਹਨਾਂ ਬੱਚਿਆਂ ਦਾ ਤੇ ਉਹਨਾਂ ਲੋਕਾਂ ਦਾ ਬੰਦੋਬਸਤ ਵੀ ਹੋਵੇ। ਜੀ, ਤੁਸੀਂ ਹੁਣ ਸਾਡੇ ਨਾਲ ਜੁੜੇ ਤਾਂ ਸਰਕਾਰ ਲਈ ਕੁਝ ਲੋਕ ਸਵਾਲ ਪੁੱਛ ਰਹੇ ਨੇ ਕਿ ਪੈਟਰੋਲ ਡੀਜ਼ਲ ਦੇ ਰੇਟ ਕਿਉਂ ਵਧਾਏ ਗਏ ਨੇ? ਪੂਰੇ ਦੇਸ਼ ਦੇ ਅੰਦਰ ਪੈਟਰੋਲ ਡੀਜ਼ਲ ਦੇ ਰੇਟ ਵਧੇ ਨੇ, ਨਾ ਕੇਵਲ ਪੰਜਾਬ ਦੇ। ਕਿਤੇ ਵੀ ਤੁਸੀਂ ਦੇਖੋਗੇ ਐਕਸਾਈਜ਼ ਡਿਊਟੀ ਲਿਕਰ ਤੇ, ਪੈਟਰੋਲ ਤੇ, ਡੀਜ਼ਲ ਤੇ, ਕਿਉਂਕਿ ਸਰਕਾਰ ਕੋਲੇ ਰੈਵਨਿਊ ਮੇਰੇ ਖਿਆਲ ਹਜੇ ਨਹੀਂ ਹੈ, ਪੈਸਾ ਨਹੀਂ ਹੈ। ਕਿੱਦਾਂ ਬੰਦੋਬਸਤ ਕਰਨਾ ਹੈ ਉਹਦਾ ਤਾਂ ਜੋ ਲੋਕਾਂ ਨੂੰ ਅਸੀਂ ਫੀਡ ਕਰਦੇ ਰਹੀਏ। ਪੈਟਰੋਲ ਡੀਜ਼ਲ ਦੇ ਦਾਮ ਵਧਾਉਣ ਦੇ ਇਹੀ ਕਾਰਨ ਸਨ। ਨਹੀਂ ਤਾਂ ਤੁਹਾਨੂੰ ਯਾਦ ਹੋਣਾ ਕਿ ਅਸੀਂ ਵਿਆਟ ਛੱਡਿਆ ਸੀਗਾ ਜਦੋਂ 5 ਰੁਪਏ ਅਸੀਂ ਦੂਜੇ ਰਾਜਾਂ ਨਾਲੋਂ ਪਹਿਲਾਂ ਪੈਟਰੋਲ ਸਸਤਾ ਕਰਤਾ ਸੀ। ਸੋ ਉਹਦੇ 'ਤੇ ਮੇਰੇ ਖਿਆਲ ਟੈਕਸ ਲਾਉਣ ਦਾ ਕਾਰਨ ਇਹੀ ਹੋਏਗਾ। ਹਾਲਾਂਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ, ਫਾਈਨਾਂਸ ਮਿਨਿਸਟਰ ਇਸ 'ਤੇ ਬਿਹਤਰੀਨ ਜਵਾਬ ਦੇ ਸਕਦੇ। ਲੇਕਿਨ ਹਰ ਸਟੇਟ ਦੀ ਜਿਹੜੀ ਖਬਰ ਆ ਰਹੀ ਹੈ, ਪੈਟਰੋਲ ਡੀਜ਼ਲ ਦੇ ਦਾਮ ਵਧਾ ਦਿੱਤੇ ਗਏ ਹੈ, ਲਿਕਰ ਦੇ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਹੈ। ਸੋ ਮੈਨੂੰ ਲੱਗਦਾ ਕਿ ਉਹ ਇਹ ਫੰਡ ਜਨਰੇਟ ਕਰਨ ਦੀ ਇੱਕ ਮੁਹਿੰਮ ਹੈ ਤਾਂ ਜੋ ਅਸੀਂ ਲੋਕਾਂ ਨੂੰ ਫੀਡ ਕਰ ਸਕੀਏ। ਆਈ ਥਿੰਕ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਉਂਕਿ ਕੇਂਦਰ ਅਜੇ ਤੱਕ ਸਾਰੇ ਰਾਜਾਂ ਦਾ, ਸਿਰਫ ਪੰਜਾਬ ਦਾ ਨਹੀਂ, ਸਾਰੇ ਰਾਜਾਂ ਦਾ ਡਿਸੰਬਰ ਜੋ ਉਹਨਾਂ ਦਾ GST ਦਾ ਹਿੱਸਾ ਬਣਦਾ, ਜੋ ਸਾਰੇ ਸੂਬਿਆਂ ਦੀ ਕਮਾਈ ਹੈਗੀ ਹੈ, ਉਹ ਅਜੇ ਤੱਕ ਨਹੀਂ ਭੇਜ ਰਹੀ। ਸੋ ਇਸ ਕਰਕੇ ਸੂਬੇ ਘਬਰਾਏ ਹੋਏ ਨੇ ਕਿਉਂਕਿ ਤਨਖਾਹਾਂ ਦੇਣੀ ਹੈ ਔਰ ਕੋਵਿਡ GST ਰਿਲੀਜ਼ ਨਹੀਂ ਹੋਇਆ, ਕੋਈ GST ਰਿਲੀਜ਼ ਨਹੀਂ ਹੋਇਆ, ਕੋਈ ਸਾਡਾ ਪੈਸਾ ਨਹੀਂ ਰਿਲੀਜ਼ ਹੋਇਆ। ਵਾਰ-ਵਾਰ FM ਤੇ ਰੋਜ਼ ਚੀਫ ਮਿਨਿਸਟਰ ਇਹ ਗੱਲ ਕਰ ਰਹੇ ਨੇ। ਸੋ ਐਂਡ ਹਰ ਸੂਬਾ ਇਸ ਕਰਕੇ ਰੋ ਰਿਹਾ, ਦਿੱਲੀ ਰੋ ਰਿਹਾ ਹੈ, ਬੰਗਾਲ ਰੋ ਰਿਹਾ ਹੈਗਾ। ਸੋ ਇੱਥੇ ਆਈ ਥਿੰਕ ਸਾਰੀ ਜਨਤਾ ਨੂੰ ਇਕੱਠੇ ਕੇਂਦਰ 'ਤੇ ਪ੍ਰੈਸ਼ਰ ਬਣਾਉਣ ਦੀ ਲੋੜ ਹੈਗੀ। ਕਈ ਚੀਜ਼ਾਂ ਜੋ ਸੂਬੇ ਸਰਕਾਰ ਬੰਦੀਆਂ ਸੂਬੇ ਨੂੰ ਟੰਗੋ, ਪਰ ਜਿੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਅੱਜ ਸਾਨੂੰ ਸੈਂਟਰ 'ਤੇ ਪ੍ਰੈਸ਼ਰ ਬਣਾਉਣ ਦੀ ਬਹੁਤ ਜ਼ਰੂਰਤ ਹੈਗੀ ਹੈ ਐਜ਼ ਭਾਰਤੀ ਨਾਗਰਿਕ, ਕਿ ਬਿਕੋਜ਼ ਹਮੇਸ਼ਾ ਅਸੀਂ ਭਾਰਤੀ ਫਿਰ ਪੰਜਾਬੀ ਆਉਂਦੇ ਹਾਂ। ਸੋ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਜਿੰਨੀਆਂ ਸਟੇਟਸ ਹੈਗੀਆਂ, ਨਰਿੰਦਰ ਮੋਦੀ ਜੀ ਨੂੰ ਬਣਦਾ ਹੱਕ ਉਹਨਾਂ ਦਾ ਸਾਰਿਆਂ ਦਾ ਦੇ ਦੇਣਾ ਚਾਹੀਦਾ ਹੈ, ਚਾਹੇ ਕਿਤੇ ਭਾਜਪਾ ਦੀ ਸਰਕਾਰ ਹੈ, ਚਾਹੇ ਕਿਤੇ ਭਾਜਪਾ ਦੀ ਸਰਕਾਰ ਨਹੀਂ ਹੈ। ਬਿਲਕੁਲ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ। ਔਰ ਇਸ ਮੌਕੇ ਤੇ ਜਿਹੜਾ ਡਿਸਕ੍ਰਿਮੀਨੇਸ਼ਨ ਕਰੇਗਾ, ਮੇਰਾ ਖਿਆਲ ਹੁਣ ਤਾਂ ਰੱਬ ਵੀ ਨਹੀਂ ਮਾਫ ਕਰੇਗਾ। ਰਾਜਾ ਵੜਿੰਗ ਜੀ, ਇੱਕ ਵਾਰੀ ਪੰਜਾਬ ਸਭ ਤੋਂ ਪਹਿਲਾਂ ਸੀ ਜਿਹਨੇ ਕਿਹਾ ਸੀ ਕਿ ਲਿਕਰ ਖੋਲੋ। ਹੁਣ ਸਾਰੇ ਸੂਬਿਆਂ ਨੇ ਲਿਕਰ ਦੀ ਸੇਲ ਸ਼ੁਰੂ ਕਰ ਦਿੱਤੀ ਹੈ ਤੇ ਉਹ ਪੈਸਾ ਕਮਾ ਰਹੇ ਨੇ, ਤੇ ਪੰਜਾਬ ਹੁਣ ਕਿਉਂ ਸੋਚ ਰਿਹਾ ਹੈਗਾ? ਨਹੀਂ, ਪੰਜਾਬ ਨੇ ਕਰਤਾ ਜੀ। ਉਹਨਾਂ ਨੇ ਕਿਹਾ ਕਿ 1 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਹੋਮ ਡਿਲੀਵਰੀਜ਼, ਤੇ ਮੇਰੇ ਖਿਆਲ ਆਲਰੇਡੀ ਫੈਸਲਾ ਹੋ ਚੁੱਕਿਆ। ਬਟ ਦੇਰੀ ਲੱਗੀ ਨਾ ਇਹਦੇ ਵਿੱਚ ਕਰਨ ਵਿੱਚ। ਬਟ ਵਾਈ ਵਰ ਵੀ ਥਿੰਕਿੰਗ, ਆਈ ਥਿੰਕ ਬਾਕੀ ਸੂਬਿਆਂ ਤੋਂ ਲੋਕ ਟੱਪ ਕੇ ਵੀ ਜਾ ਕੇ ਲੈ ਆਏ ਹੋਣੇ ਵਿੱਚੋਂ ਜਾ ਕੇ। ਪਹਿਲਾਂ ਵੀ ਤਾਂ ਮੈਂ ਇਸ ਗੱਲ ਨਾਲ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਟੱਪ ਕੇ ਲਿਆਏ ਹੋਣੇ ਹੈ, ਔਰ ਲੋਕ ਪਹਿਲਾਂ ਵੀ ਲਿਕਰ ਇੱਧਰੋਂ ਉੱਧਰੋਂ ਅਰੇਂਜ ਕਰ ਹੀ ਲੈਂਦੇ ਸੀ। ਇਸ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿ ਰਹੇ ਸੀ ਕਿ ਸਾਨੂੰ ਲਿਕਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਪੁਲਿਸ ਤਾਂ ਹੋਰ ਕੰਮਾਂ 'ਚ ਬਿਜ਼ੀ ਹੈ, ਕੰਟੈਕਟ ਟ੍ਰੇਸਿੰਗ ਕਰਨ ਦੇ ਕੋਵਿਡ ਵਾਲਿਆਂ ਦੇ ਬਿਜ਼ੀ ਸੀ, ਇੱਧਰ ਉੱਧਰ ਸ਼ਰਾਬ ਵਾਲਾ ਕੰਮ ਚੱਲ ਰਿਹਾ ਸੀਗਾ। ਸੋ ਪਾਲਿਸੀ ਦੇ ਵਿੱਚ ਰੋਜ਼ ਕੋਈ ਨਾ ਕੋਈ ਫੇਰ ਬਦਲ, ਚੇਂਜਿਸ, ਹਰ ਸੂਬੇ ਦੀ ਆਪਦੀਆਂ ਦਿੱਕਤਾਂ, ਆਪਦੀਆਂ ਸਹੂਲਤਾਂ। ਸੋ ਮੈਨੂੰ ਲੱਗਦਾ ਕੋਈ ਦੇਰੀ ਇਸ ਕਰਕੇ ਹੋ ਗਈ ਹੋਣੀ ਹੈ, ਜਿਹੜਾ ਕੋਈ ਚੰਦ ਘੰਟਿਆਂ ਦੀ ਕਿ ਕਿੱਦਾਂ ਉਹਨੂੰ ਅਸੀਂ ਡਿਲੀਵਰ ਕਰਾਂਗੇ, ਉਹਦੇ 'ਤੇ ਬੇਸਿਕਲੀ ਡਿਸਕਸ਼ਨ ਹੁੰਦਾ ਹੋਣਾ। ਅਦਰਵਾਈਜ਼ ਇਟਸ ਓਪਨ, 9 ਵਜੇ ਤੋਂ ਲੈ ਕੇ 1 ਵਜੇ ਤਾਈਂ ਮੇਰਾ ਖਿਆਲ ਉਹ ਕਰ ਦਿੱਤਾ ਗਿਆ। ਇੱਕ ਚੀਜ਼ ਜੋ ਮਿਡਲ ਕਲਾਸ ਜੋ ਵਾਰ-ਵਾਰ ਉੱਠ ਕੇ ਆਉਂਦੀ ਹੈ, ਕਿਉਂਕਿ ਜਿਹੜਾ ਮਿਡਲ ਕਲਾਸ ਹੁੰਦੀ ਹੈ ਉਹ ਟੈਕਸ ਪੇ ਕਰਦੀ ਹੈਗੀ ਹੈ, ਅਤੇ ਟੈਕਸ ਦਾ ਬੈਨੀਫਿਟ ਸਭ ਤੋਂ ਪਹਿਲੇ ਗਰੀਬ
ਤਬਕੇ ਨੂੰ ਜਾਂਦਾ ਹੈ। ਤੇ ਜਦ ਇੱਕ ਸ਼ਰਾਬ ਦੀਆਂ ਲਾਈਨਾਂ ਦੇਸ਼ ਭਰ ਵਿੱਚ ਦੇਖਿਆ ਗਿਆ ਜਿਸ ਇਨਸਾਨ ਨੂੰ ਰਾਸ਼ਨ ਤੁਸੀਂ ਦੇ ਰਹੇ ਸੀਗੇ ਉਹਦੇ ਕੋਲ ਅੱਜ ਸ਼ਰਾਬ ਖਰੀਦਣ ਦੇ ਪੈਸੇ ਹੈਗੇ ਹੈ। ਸੋ ਇਹ ਇੱਕ ਗੁੱਸਾ ਫੀਲ ਹੋ ਰਿਹਾ ਹੈ ਕਿ ਜਿਹੜਾ ਕਮਾਉਂਦਾ ਹੈ, ਜਿਹੜਾ ਟੈਕਸ ਪੇ ਕਰਦਾ ਹੈ, ਉਹਦਾ ਟੈਕਸ ਇੱਕ ਪਾਸੇ ਰਾਸ਼ਨ ਨੂੰ ਜਾ ਰਿਹਾ ਤੇ ਉਸੇ ਇਨਸਾਨ ਕੋਲ ਸ਼ਰਾਬ ਲਈ ਪੈਸਾ ਹੈਗਾ, ਸ਼ਰਾਬ ਦੀ ਲੱਤ ਲੱਗੀ ਹੋਈ ਹੈ, ਆਦਤ ਹੈ, ਜੋ ਵੀ ਹੈ। ਸੋ ਇਹਦੇ ਬਾਰੇ ਕੀ ਕੀਤਾ ਜਾ ਸਕਦਾ ਹੈ ਕਿ ਹਾਊ ਕੈਨ ਵੀ ਮੇਕ ਅ ਸਿਸਟਮ ਦੈਟ ਬਿਕੋਜ਼ ਸਾਰੇ ਜੰਗ ਵਿੱਚ ਹੈਗੇ ਆ ਤੇ ਸਭ ਤੇ ਅਸਰ ਹੁਣ ਬਰਾਬਰ ਆਉਣਾ ਚਾਹੀਦਾ ਹੈਗਾ। 130 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ 120 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਅੰਦਰ ਬੜਾ ਮੁਸ਼ਕਿਲ ਹੈਗਾ, ਗੱਲ ਕਰਨੀ ਬੜੀ ਆਸਾਨ ਹੋ ਜਾਂਦੀ ਹੈ। ਤੁਸੀਂ ਮੰਨਣਾ ਨਹੀਂ ਕਿ ਜਿਹੜੇ ਝੁੱਗੀ ਝੋਪੜੀ ਵਾਲੇ ਵਿਚਾਰੇ ਗਰੀਬ ਲੋਕ ਹੈ, ਹਰ ਬੰਦਾ ਜਿਹੜਾ ਪਹਿਲਾ ਦਾਨ ਕਰਨ ਵਾਲਾ, ਹਰ ਸ਼ਹਿਰ ਦਾ ਅਗਲਾ ਕਹਿੰਦਾ ਯਾਰ ਉੱਥੇ ਚੱਲਦੇ ਆਪਾਂ, ਉਹਨਾਂ ਨੂੰ ਦਿੰਦੇ ਆ, ਦੇ ਆਰ ਰਾਈਟ ਪੀਪਲ, ਉਹ ਉਹਨਾਂ ਦਾ ਹੱਕ ਬਣਦਾ। ਪਿੱਛੇ ਜੇ ਵੀਡੀਓਜ਼ ਆਈਆਂ ਕਿ ਇੱਕ ਦੇ ਘਰੇ ਇੰਨੇ ਤਰ੍ਹਾਂ ਦਾ ਰਾਸ਼ਨ ਪਿਆ ਕਿਉਂਕਿ ਹਰ ਬੰਦਾ ਉੱਥੇ ਆਫਰ ਕਰਦਾ ਹੈ ਜਿਹਨੂੰ ਰੱਬ ਦਾ ਡਰ ਹੈ ਜਾਂ ਜਿਹਦੇ 'ਚ ਇਮੋਸ਼ਨਸ ਹੈਗੇ। ਅਗਲਾ ਕਹਿੰਦਾ ਯਾਰ ਪਹਿਲਾਂ ਉਹ ਸਹੀ ਹੱਕਦਾਰ ਬਣਦੇ ਜਿਹਨਾਂ ਕੋਲ ਘਰ ਵੀ ਹੈ ਨਹੀਂ ਗਾ, ਝੁੱਗੀ ਝੋਪੜੀ 'ਚ ਬੈਠੇ ਨੇ। ਸੋ ਉੱਥੇ ਉਹ ਚਿਕਨ ਬਣ ਰਿਹਾ ਹੁੰਦਾ ਹੈ, ਕੋਈ ਫਿਸ਼ ਬਣਾ ਰਿਹਾ ਹੁੰਦਾ ਹੈ। ਸੋ ਫਿਰ ਕਈ ਵਾਰੀ ਆਪਦੇ ਮਨ ਨੂੰ ਵੀ ਇਹ ਲੱਗਦਾ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਟੈਕਸ ਜਿਹੜੇ ਪੇਅਰ ਹੈਗੇ ਉਹਨਾਂ ਨੂੰ ਇਹ ਲੱਗਦਾ ਹੈ, ਦੁੱਖ ਹੁੰਦਾ ਹੈ ਕਿ ਉਹਨਾਂ ਦੇ ਕਾਰੋਬਾਰ ਵੀ ਬੰਦ ਹੋ ਜਾਂਦੇ ਆ, ਉਹਨਾਂ ਕੋਲ ਪੈਸੇ ਵੀ ਨਹੀਂ ਹੁੰਦੇ, ਲੇਕਿਨ ਉਹ ਉਸ ਤਰ੍ਹਾਂ ਸਾਹਮਣੇ ਵੀ ਨਹੀਂ ਆ ਸਕਦੇ ਵਿਚਾਰੇ, ਉਹ ਰਾਸ਼ਨ ਵੀ ਨਹੀਂ ਲੈ ਸਕਦੇ। ਪਰ ਇੱਦਾਂ ਚੱਲਦਾ ਜੀ, ਕੁਦਰਤ ਦਾ ਸਿਸਟਮ ਹੈ, ਉਹ ਇਹ ਕੋਈ ਕੰਟਰੋਲ ਨਹੀਂ ਮੈਨੂੰ ਲੱਗਦਾ ਇਹਨੂੰ ਕਰ ਸਕਦਾ। ਜੇ ਤੁਸੀਂ ਆਖੋ ਕਿ ਇਹਨੂੰ ਕੋਈ ਸਿਸਟਮੈਟਿਕਲੀ ਸਿਸਟਮ ਬਣ ਗਏ ਨਾ, ਜੇ ਜ਼ਮੀਰ ਦੀ ਆਵਾਜ਼ ਹੈ ਲੋਕਾਂ ਦੀ, ਜਿਹਨੂੰ ਲੱਗਦਾ ਬਹੁਤ ਸਾਰੇ ਗਰੀਬ ਐਸੇ ਲੋਕ ਹੈ ਜਿਨ੍ਹਾਂ ਨੂੰ ਅਸੀਂ ਰਾਸ਼ਨ ਦੇਣ ਗਏ, ਉਹਨਾਂ ਨੇ ਕਿਹਾ ਸਾਡੇ ਘਰੇ ਰਾਸ਼ਨ ਪਿਆ ਭਾਈ, ਅਸੀਂ ਨਹੀਂ ਲੈਣਾ। ਪਰ ਬਹੁਤ ਸਾਰੇ ਐਸੇ ਵੀ ਲੋਕ ਸੀ ਜਿਨ੍ਹਾਂ ਦੇ ਘਰੇ ਰਾਸ਼ਨ ਪਿਆ ਸੀ ਤੇ ਉਹ ਕਾਲ ਕਰਦੇ ਸੀ ਤੇ ਉਹ ਜਾਣਬੁੱਝ ਕੇ ਮੀਡੀਆ ਕੋਲੇ ਵੀ ਜਾਂਦੇ ਸੀ। ਸੋ ਇਹ ਤਾਂ ਬੰਦੇ ਦਾ ਤੁਸੀਂ ਕਹਿੰਦੇ ਨਾ ਖੂਨ ਬਦਲਿਆ ਜਾਵੇ, ਰੈਵੋਲੂਸ਼ਨ ਆਵੇ ਦੁਨੀਆ ਦੇ, ਹਿੰਦੁਸਤਾਨ ਦੇ ਅੰਦਰ, ਤਦ ਹੀ ਕੁਝ ਹੋ ਸਕਦਾ, ਅਦਰਵਾਈਜ਼ ਇਟਸ ਨੈਕਸਟ ਟੂ ਇੰਪੋਸੀਬਲ। ਕਈ ਤਾਂ ਚੰਗੇ ਲੋਕ ਹੈ ਜਿਨ੍ਹਾਂ ਨੂੰ ਜ਼ਰੂਰਤ ਨਹੀਂ, ਉਹ ਲੈ ਜਾਂਦੇ, ਕਈ ਹੱਕਦਾਰ ਵੀ ਵਿਚਾਰੇ ਲੈ ਜਾਂਦੇ। ਸੋ ਕੋਈ ਮਕੈਨਿਜ਼ਮ ਮੇਰਾ ਖਿਆਲ ਇਹਦੇ ਤੇ ਫਿੱਟ ਹੋ ਨਹੀਂ ਸਕਦਾ। ਸਰ ਕੁਛ ਲੋਕਾਂ ਦੇ ਸੁਝਾਅ ਆ ਰਹੇ ਨੇ ਕਿ ਜਤਿੰਦਰ ਕੌਰ ਹੈਗੇ ਆ, ਕੁਛ ਹੋਰ ਲੋਕਾਂ ਨੇ ਪੜ੍ਹਿਆ ਕਿ ਬਿਜਲੀ ਦਾ ਬਿੱਲ ਘਟਾਇਆ ਜਾਏ, ਅਸੀਂ ਰੈਂਟ ਕਿੱਦਾਂ ਪੇ ਕਰੀਏ। ਸੋ ਆਈ ਥਿੰਕ ਉਹੀ ਦਿੱਕਤਾਂ ਜੋ ਹਰ ਇੱਕ ਨੂੰ ਮਹਿਸੂਸ ਹੋ ਰਹੀਆਂ, ਚੁੱਕ ਰਹੇ ਨੇ, ਤੇ ਵੀ ਤੁਸੀਂ ਬਾਅਦ ਵਿੱਚ ਰਾਈਟ। ਇਹ ਬਿਲਕੁਲ ਨਿਮਰਤ ਜੀ, ਜਿਹੜਾ ਬਿਜਲੀ ਦਾ ਬਿੱਲ ਹੈ ਇਹ ਅਸੀਂ ਵੀ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗੇ, ਤਾਂ ਹੀ ਸ਼ਾਇਦ ਪੈਟਰੋਲ ਡੀਜ਼ਲ ਕੁਛ ਨਾ ਕੁਛ ਅਸੀਂ ਰੈਵਨਿਊ, ਕਿਉਂਕਿ ਕੇਂਦਰ ਵੀ ਨਹੀਂ ਦੇ ਰਿਹਾ, ਪੈਸੇ ਵੀ ਨਹੀਂ ਹੈ। ਔਰ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਤੇ ਉਹਨਾਂ ਦੇ ਚੀਫ ਪ੍ਰਿੰਸੀਪਲ ਸੈਕਟਰੀ ਨੂੰ ਇਹ ਭੇਜਿਆ ਸੀਗਾ ਕਿ ਸਾਨੂੰ ਬਿਜਲੀ ਦੇ ਬਿੱਲਾਂ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਮਿਡਲ ਕਲਾਸ ਜਿਹੜਾ ਵਿਚਾਰਾ ਹੈ, ਮੀਡੀਓਕਰ ਹੈ, ਉਹਦਾ ਸਭ ਕੁਛ ਬੰਦ ਪਿਆ, ਉਹ ਬਿਜਲੀ ਦੇ ਬਿੱਲ ਦੇਣੇ ਉਹਦੇ ਵਾਸਤੇ ਔਖੇ ਹੈ। ਜਿੱਥੋਂ ਤੱਕ ਰੈਂਟ ਦੀ ਗੱਲ ਹੈ, ਸਰਕਾਰੀ ਰੈਂਟ ਨਹੀਂ ਹੈ, ਇਸ ਦਾ ਐਡਵਾਈਜ਼ ਕਰ ਸਕਦੇ ਹਾਂ ਲੋਕਾਂ ਨੂੰ, ਪਲੀਜ਼ ਕਿਰਪਾ ਕਰਕੇ ਆਪਦੇ ਜਿਹੜੇ ਜਿੰਨੇ ਵੀ ਰੈਂਟਸ ਹੈ ਕਮ ਸੇ ਕਮ ਅੱਧੇ ਕਰ ਦਿੱਤੇ ਜਾਣ। ਕਈ ਲੋਕਾਂ ਨੇ ਕੀਤੇ ਵੀ ਹੈ, ਕਈ ਲੋਕ ਲੈ ਵੀ ਨਹੀਂ ਰਹੇ। ਸੋ ਕਰਨਾ ਚਾਹੀਦਾ, ਔਖੀ ਗੱਲ ਹੈ ਜੀ। ਕੱਲ ਇੱਕ ਇੰਡਸਟਰੀਜ਼ ਨੇ ਬੜਾ ਚੰਗਾ ਸੁਝਾਅ ਦਿੱਤਾ ਕਿ ਵੀ ਸਮਝ ਲਓ ਜੰਗ ਹੈ ਤੇ ਆਪਣਾ ਖਾਣਾ ਪੀਣਾ ਵੀ ਅੱਧਾ ਕਰ ਦਿਓ, ਫਜ਼ੂਲ ਖਰਚੀ ਬੰਦ ਕਰ ਦਿਓ, ਤੇ ਜੋ ਚੀਜ਼ ਤੁਹਾਡੇ ਕੋਲ ਖਰਚਾ ਹੈ ਉਹ ਅੱਗੇ ਵਧਾਉਣ ਤੇ ਸਟਾਰਟਅਪ ਤੇ ਇਹੋ ਜਿਹੀ ਚੀਜ਼ਾਂ ਤੇ ਕਰੋ। ਤਾਂ ਮੈਂ ਉਹ ਫਿਰ ਸ਼ੇਅਰ ਕਰ ਰਹੀ ਹੈਗੀ ਹਾਂ। ਰਾਜਾ ਵੜਿੰਗ ਜੀ, ਇੱਕ ਸੁਜੈਸ਼ਨ ਕਾਫੀ ਲੋਕਾਂ ਤੋਂ ਆ ਰਿਹਾ, ਮੈਂ ਨਾਮ ਹੁਣ ਨਹੀਂ ਰੇਜ਼ ਕਰ ਪਾ ਰਹੀ, ਕਿ ਜੋ ਤੁਸੀਂ ਕਹਿ ਰਹੇ ਹੋ ਕਿ ਬਾਦਲ ਪਰਿਵਾਰ ਆਪਣਾ ਦਿਲ ਖੋਲੇ, ਪੰਜਾਬ ਸਰਕਾਰ ਦੇ ਕਈ ਮੰਤਰੀ ਨੇ ਜਿਨ੍ਹਾਂ ਦੇ ਆਪਣੇ ਉਦਯੋਗ ਨੇ, ਸ਼ਾਇਦ ਉਹਨਾਂ ਦੇ ਵੀ ਹੋਟਲ ਨੇ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਕੌਣ ਨੇ, ਤੇ ਸ਼ਾਇਦ ਪਹਿਲ ਉਹਨਾਂ ਵੱਲੋਂ ਕਰਨੀ ਚਾਹੀਦੀ ਹੈ। ਔਰ ਜਿਹੜਾ ਵੀ ਉਦਯੋਗਪਤੀ ਆਪਣਾ ਦਿਲ ਖੋਲ ਕੇ ਪੰਜਾਬੀ, ਬਿਕੋਜ਼ ਅਸੀਂ ਇਹ ਤਾਂ ਦੇਖ ਲਿਆ ਰਤਨ ਟਾਟਾ ਨੇ ਕੀ ਕੀਤਾ ਹੈ, ਅਜੀਤ ਪ੍ਰੇਮ ਜੀ ਨੇ ਕੀ ਕੀਤਾ ਹੈ, ਜਾਂ ਮਹਿੰਦਰਾ ਨੇ ਕੀ ਕੀਤਾ ਹੈ, ਪੰਜਾਬੀਆਂ ਨੇ ਕੀ ਕੀਤਾ ਹੈ, ਪੰਜਾਬ ਵਾਸਤੇ ਕੀ ਕੀਤਾ ਹੈ, ਆਈ ਥਿੰਕ ਉਹਦੀ ਵੀ ਸਾਨੂੰ ਹੁਣ ਇੱਕ ਪ੍ਰਦਰਸ਼ਨੀ ਚਾਹੀਦੀ ਹੈ। ਸੋ ਜੇ ਤੁਹਾਡੇ ਕੁਝ ਇਹੋ ਜਿਹੇ ਮੰਤਰੀ ਹਨ ਜੋ ਜਿਨ੍ਹਾਂ ਦੇ ਹੋਟਲ ਨੇ ਜਾਂ ਉਹ ਖੋਲ ਦੇਣ ਤਾਂ ਸ਼ਾਇਦ ਇੱਕ ਪਹਿਲ ਕਦਮੀ ਚੰਗੀ ਹੋਏਗੀ। ਬਿਲਕੁਲ, ਮੈਨੂੰ ਨਹੀਂ ਪਤਾ ਕਿ ਕਿਹੜੇ ਮੰਤਰੀ ਦਾ ਹੋਟਲ ਹੈਗਾ, ਪਲੀਜ਼ ਕਿਰਪਾ ਕਰਕੇ ਉਹਦਾ ਨਾਮ ਦੱਸਿਆ ਜਾਵੇ, ਮੈਨੂੰ ਪਤਾ ਨਹੀਂਗਾ, ਸ਼ਾਇਦ ਮੈਂ ਅਣਜਾਣ ਹੈ ਇਸ ਗੱਲ ਤੋਂ। ਦੂਜੀ ਗੱਲ, ਮੈਂ ਬੇਨਤੀ ਕਰਾਂਗਾ ਕਿ ਜੇ ਕਿਸੇ ਕਾਂਗਰਸੀ ਭਰਾ ਦਾ ਵੀ ਹੋਟਲ ਹੈਗਾ ਤੇ ਉੱਥੇ ਆਈਸੋਲੇਟਡ ਦੀ ਉਹ ਵੱਖਰੀ ਥਾਂ ਤੇ ਹੈ, ਨਵੇਕਲੀ ਥਾਂ ਤੇ ਹੈ, ਸ਼ਹਿਰ ਤੋਂ ਦੂਰ ਹੈ, ਤਾਂ ਬਿਲਕੁਲ ਉਹ ਖੋਲ ਦੇਣਾ ਚਾਹੀਦਾ ਹੈ। ਦਿਸ ਇਜ਼, ਮੈਂ ਕਿਸੇ ਵਾਸਤੇ ਇੱਕ ਗੱਲ ਨਹੀਂ ਕਹਿ ਰਿਹਾ ਕਿ ਬਾਦਲ ਸਾਹਿਬ ਵਾਸਤੇ ਕਹਿ ਰਿਹਾ,
ਆਈਸੋਲੇਟਡ ਜਿਹੜਾ ਸੈਂਟਰ ਬਣਾਉਂਦੇ ਉਹਨੂੰ ਦੂਰ ਜਾ ਕੇ ਬਣਾਉਂਦੇ ਆ, ਖਾਲੀ ਜਗ੍ਹਾ ਤੇ ਬਣਾਉਂਦੇ ਆ, ਆਸ-ਪਾਸ ਕੁਛ ਨਾ ਹੋਵੇ, ਜ਼ਿਆਦਾ ਆਬਾਦੀ ਸੰਘਣੀ ਆਬਾਦੀ 'ਚ ਨਾ ਹੋਵੇ। ਸੋ ਅਗਰ ਇਹੋ ਜਿਹਾ ਕਿਸੇ ਕਾਂਗਰਸੀ ਦਾ ਹੈਗਾ ਜਾਂ ਤੁਹਾਨੂੰ ਲੱਗਦਾ ਹੈ, ਤੁਹਾਨੂੰ ਇਹ ਵੀ ਲੱਗੇ ਕਿ ਕੱਲ ਨੂੰ ਬਾਦਲ ਸਾਹਿਬ ਇਹ ਕਹਿਣ ਕਿ ਰਾਜਾ ਵੜਿੰਗ ਦਾ ਕੋਈ ਸਬਵੇ ਹੈ, ਉਹ ਮੈਨੂੰ ਆਇਡੈਂਟੀਫਾਈ ਕਰਕੇ ਕਹਿ ਦੇਣ ਕਿ ਫਲਾਂ ਸਬਵੇ ਹੈ, ਤੇ ਮੈਂ ਸਬਵੇ 'ਚ ਵੀ ਜਗ੍ਹਾ ਬਣਾ ਦਿਆਂਗਾ, ਕੋਈ ਇੱਕ ਅੱਧਾ ਬੰਦਾ ਦੋ ਬੰਦੇ ਪੈਣ ਨੂੰ। ਮਤਲਬ ਕਿ ਮਜ਼ਾਕ ਵਾਲੀ ਗੱਲ ਨਹੀਂ ਹੈ, ਨਹੀਂ ਮਜ਼ਾਕ ਵਾਲੀ ਗੱਲ ਨਹੀਂ ਹੈ, ਕਿਉਂਕਿ ਨਿਮਰਤ ਜੀ ਬਿਲਕੁਲ ਜੋ ਉਸ ਉਦਯੋਗਪਤੀ ਨੇ ਗੱਲ ਕਹੀ ਉਹ ਬਿਲਕੁਲ ਠੀਕ ਕਹੀ। ਸਾਨੂੰ ਲੋਕਾਂ ਨੂੰ, ਚਾਹੇ ਉਹ ਛੋਟਾ ਹੈ ਚਾਹੇ ਕੋਈ ਵੱਡਾ ਹੈ, ਹਰ ਵਿਅਕਤੀ ਬਾਰੇ ਸੋਚਣਾ ਪਏਗਾ। ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੱਸਿਆ, ਅਸੀਂ ਸਬਜ਼ੀਆਂ ਜਿਹੜੀਆਂ ਸਾਡੇ ਕਿਚਨ ਦੇ ਵਿੱਚ ਰੋਜ਼ ਬਣਦੀਆਂ ਜਾਂ ਉਹਨਾਂ ਦਾ ਜੋ ਵੀ ਵੇਸਟ ਹੁੰਦਾ, ਮੈਂ ਅੱਗੇ ਉਹ ਕਈ ਵਾਰੀ ਪਿਆ ਰਹਿੰਦਾ ਸੀ, ਹੁਣ ਮੈਂ ਸਪੈਸ਼ਲ ਉਹਨੂੰ ਚੈੱਕ ਕਰਦਾ 2-3 ਘੰਟੇ ਬਾਅਦ, ਤੇ ਮੇਰੇ ਬਾਹਰ ਕੋਈ ਗਲੀ ਦੇ ਵਿੱਚ ਕਿਤੇ ਦੇਖ ਕੇ ਆਉਣਾ ਕੋਈ ਜਾਨਵਰ ਫਿਰਦਾ, ਕੋਈ ਅਵਾਰਾ ਪਸ਼ੂ ਫਿਰਦਾ, ਉਹਨੂੰ ਪਾ ਕੇ ਆਉਣਾ, ਸੋ ਦੈਟ ਅਗਰ ਜ਼ਿਆਦਾ ਦੇਰ ਨਾ ਪਈਆਂ ਰਹਿਣ, ਕਿਸੇ ਦਾ ਢਿੱਡ ਭਰੇ। ਸਪੈਸ਼ਲ 2 ਚੀਜ਼ਾਂ ਰੱਖੀਆਂ, ਪਾਣੀ ਪਿਆਉਣ ਵਾਸਤੇ ਪਾਣੀ ਪਾ ਕੇ ਰੱਖੀਦਾ, ਮਤਲਬ ਕਿ ਜਾਨਵਰ ਦਾ ਵੀ, ਬੰਦੇ ਦਾ ਤਾਂ ਖਿਆਲ ਰੱਖਣਾ ਹੀ ਚਾਹੀਦਾ ਸਾਨੂੰ, ਕਿ ਸਾਨੂੰ ਇੱਕ ਹਰ ਬੰਦੇ ਨੂੰ ਸੋਚਣਾ ਚਾਹੀਦਾ ਕਿ ਇੱਕ ਬੰਦੇ ਨੂੰ ਅਸੀਂ ਫੀਡ ਕਰ ਰਹੇ ਹਾਂ ਕਿਵੇਂ ਨਾ ਕਿਵੇਂ, ਪਸ਼ੂਆਂ ਨੂੰ ਵੀ, ਜਾਨਵਰਾਂ ਨੂੰ ਵੀ, ਲੋਕਾਂ ਨੂੰ ਵੀ। ਸੋ ਹਰ ਬੰਦੇ ਨੂੰ ਆਪਦੇ ਖਰਚੇ ਸੀਮਤ ਕਰਨੇ ਪੈਣਗੇ, ਕਟੌਤੀਆਂ ਕਰਨੀਆਂ ਪੈਣਗੀਆਂ। ਇੱਕ ਪਰਿਵਾਰ ਸੋਚੇ ਕਿ ਮੈਂ ਪਹਿਲੇ ਦਿਨ ਹੀ ਆਪਦਾ ਲਾਈਵ 'ਚ ਕਿਹਾ ਸੀ, ਹਰ ਪਰਿਵਾਰ ਇਹ ਸੋਚੇ, ਹਰ ਪੰਜਾਬੀ, ਅਕਾਲੀ, ਕਾਂਗਰਸੀ, ਕਿਸੇ ਪਾਰਟੀ ਦਾ, ਕਿ ਅਸੀਂ ਇੱਕ ਪਰਿਵਾਰ ਨੂੰ ਫੀਡ ਕਰਾਂਗੇ ਜਿੰਨੀ ਜਿਹੜੀ ਕਪੈਸਿਟੀ ਹੈ। ਕਿਸੇ ਦੀ ਕਪੈਸਿਟੀ ਹੈ 2 ਲੋਕਾਂ ਨੂੰ ਫੀਡ ਕਰਨੀ, ਕਿਸੇ ਨੂੰ 15 ਲੋਕਾਂ ਨੂੰ ਫੀਡ ਕਰਨੀ, ਕਿਸੇ ਨੂੰ 50 ਲੋਕਾਂ ਨੂੰ ਫੀਡ ਕਰਨੀ, ਜਿੰਨੀ ਕਪੈਸਿਟੀ ਹੈ। ਅਗਰ ਜਿੰਦਾ ਰਹੇ ਤਾਂ ਗੱਲ ਬਣੇਗੀ, ਅਗਰ ਜਿੰਦਾ ਨਾ, ਜੋ ਅੱਜ ਕੱਲ੍ਹ ਮੈਂ ਅਖਬਾਰਾਂ 'ਚ ਪੜ੍ਹ ਰਿਹਾ, ਕੋਈ ਕਹਿੰਦਾ 3 ਕਰੋੜ ਲੋਕਾਂ ਨੂੰ ਕਰੋਨਾ ਹੋ ਜਾਏਗਾ, ਕੋਈ ਕਹਿੰਦਾ 80% ਲੋਕਾਂ ਨੂੰ ਕਰੋਨਾ ਹੋ ਜਾਏਗਾ। ਇਹ ਪੈਸਾ, ਜਾਇਦਾਦ, ਸਿਸਟਮ, ਹੋਟਲ, ਟਰਾਂਸਪੋਰਟ ਸਭ ਇੱਥੇ ਹੀ ਰਹਿ ਜਾਣਾ ਹੈ। ਜਿੰਨੀ ਜਿਹੜੀ ਕਪੈਸਿਟੀ ਹੈ ਉਹਨਾਂ ਸਾਨੂੰ ਦਾਨ ਪੁੰਨ, ਇਹ ਕਿਸੇ ਨੂੰ ਟਾਊਟ ਨਹੀਂ ਹੈ, ਇਹ ਮੈਂ ਰੱਬ ਤੋਂ ਡਰ ਕੇ ਕਹਿੰਦਾ। ਮੈਂ ਰੋਜ਼ਾਨਾ ਸਵੇਰ 4 ਵਜੇ ਉੱਠ ਕੇ, ਅੱਜ ਕੱਲ੍ਹ ਮੈਂ ਪਾਠ ਨਹੀਂ ਕਰਦਾ ਸੀ, ਮੈਂ ਨਹੀਂ ਕਹਿੰਦਾ ਕਿ ਮੈਂ ਬੜਾ ਵੱਡਾ ਭਜਨੀਕ ਹਾਂ, ਮੈਂ ਬੜਾ ਗੁਰਸਿੱਖ ਹਾਂ, ਮੈਂ ਕਦੇ ਪਾਠ ਨਹੀਂ ਕਰ ਰਿਹਾ ਸੀ, ਪਰ ਜਿਸ ਦਿਨ ਤੋਂ ਕਰੋਨਾ ਹੋਇਆ ਹੈ, ਰੱਬ ਤੋਂ ਡਰ ਕੇ ਕਹਿੰਦਾ ਕਿ ਸਵੇਰ ਉੱਠ ਕੇ ਨਿਤਨੇਮ ਕਰੀਦਾ, ਪਾਠ ਕਰੀਦਾ, ਬਾਬਾ ਜੀ ਨੂੰ ਅਰਦਾਸ ਕਰੀਦੀ ਹੈ ਕਿ ਸੱਚੇ ਪਾਤਸ਼ਾਹ ਲੋਕਾਂ ਨੂੰ ਸੁੱਖ ਸ਼ਾਂਤੀ ਰੱਖਿਓ, ਚੜ੍ਹਦੀ ਕਲਾ ਰੱਖੋ, ਸਾਥੋਂ ਜੇ ਕੋਈ ਗਲਤੀਆਂ ਹੋ ਗਈਆਂ ਤਾਂ ਸਾਨੂੰ ਮਾਫ ਕਰ ਦਿਓ। ਹੁਣ ਪਹਿਲਾਂ ਪੱਤੇ ਪੁੱਤੇ ਦਰਖਤ ਤੋੜਨ ਲੱਗੇ, ਹੁਣ ਪੱਤੇ ਨੂੰ ਵੀ ਹੱਥ ਲਾ ਕੇ ਲੱਗਦਾ ਕਿ ਅਗਰ ਪੱਤਾ ਵੀ ਕੋਈ ਤੋੜਾਂਗੇ ਤਾਂ ਉਹ ਵੀ, ਉਹਦੇ ਵਿੱਚੋਂ ਵੀ ਪਾਣੀ ਨਿਕਲਦਾ, ਉਹ ਵੀ ਰੋਏਗਾ। ਸੋ ਸਵੇਰ ਨੇਚਰ ਦੇ ਨਜ਼ਦੀਕ ਜਾਈਦਾ, ਸਵੇਰ 4 ਵਜੇ ਉੱਠ ਕੇ ਪਾਠ ਕਰਕੇ ਬਰਡਸ ਦੀ ਆਵਾਜ਼ ਸੁਣੀਦੀ ਹੈ। ਸ਼ਾਇਦ ਇਹ ਅੱਜ ਕੱਲ੍ਹ ਦੇ ਜਿਹੜੇ ਪਰਿੰਦੇ ਹੈ ਜਾਂ ਜਾਨਵਰ ਇਹ ਵੀ ਕਹਿ ਰਹੇ ਕਿ ਸਾਨੂੰ ਸੁੱਖ ਦਾ ਸਾਹ ਹੈ। ਸ਼ਾਇਦ ਰੱਬ ਨਾਰਾਜ਼ ਹੋ ਗਿਆ ਸਾਡੇ ਨਾਲ, ਸਾਨੂੰ ਸਾਡੇ ਰੱਬ ਨੂੰ ਮਨਾਉਣਾ ਚਾਹੀਦਾ, ਉਸ ਕੁਦਰਤ ਨੂੰ ਮਨਾਉਣਾ ਚਾਹੀਦਾ ਹੈ। ਕਰੋਨਾ ਜੋ ਸੁਨੇਹਾ ਹੈ, ਸਾਨੂੰ ਕੁਦਰਤ ਨੂੰ ਜੋ ਅਸੀਂ ਲੁੱਟਿਆ ਹੈਗਾ, ਸੋ ਉਹਦੇ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ। ਆਈ ਹੋਪ ਜੋ ਸਾਡੇ ਸੁਝਾਅ ਆਏ ਨੇ, ਸਾਡੇ ਦਰਸ਼ਕਾਂ ਦੇ ਸੁਝਾਅ ਆਏ ਨੇ, ਤੁਸੀਂ ਉਹਨਾਂ 'ਤੇ ਗੌਰ ਕਰੋਗੇ ਅਤੇ ਸਿਆਸਤ ਤੋਂ ਸ਼ਾਇਦ ਦੂਰ ਹੋਗੇ, ਭਾਵੇਂ ਦੂਜੇ ਪਾਸੋਂ ਸਿਆਸਤ ਹੁੰਦੀ ਰਹੇ। ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਸਰਕਾਰ ਸਿਆਸਤ ਤੋਂ ਦੂਰ ਰਹੇ, ਬਿਕੋਜ਼ ਸਾਨੂੰ ਸਰਕਾਰ ਤੋਂ ਬਹੁਤ ਉਮੀਦਾਂ ਨੇ। ਜਿਵੇਂ ਪੰਜਾਬ ਕਰੋਨਾ ਦੀ ਜੰਗ ਵਿੱਚ ਅੱਗੇ ਚੱਲ ਰਿਹਾ ਸੀ, ਉਸੇ ਤਰ੍ਹਾਂ ਚੱਲਦਾ ਰਹਿੰਦਾ ਤਾਂ ਬਹੁਤ ਚੰਗਾ ਹੁੰਦਾ, ਪੰਜਾਬ ਦੇ ਸਾਰੇ ਉਦਯੋਗ ਦਾ ਬਹੁਤ ਚੰਗਾ ਹੁੰਦਾ। ਪਰ ਤੁਸੀਂ ਚਿੰਤਾ ਨਾ ਕਰੋ ਜੀ, ਬਿਲਕੁਲ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕੱਲ ਵੀਡੀਓ ਆਇਆ, ਉਹਨਾਂ ਨੇ ਕਿਹਾ ਬਿਲਕੁਲ ਸਿਆਸਤ ਤੋਂ ਦੂਰ ਰਹੋ, ਸਿਆਸਤ ਨਹੀਂ ਕਰਨੀ ਔਰ ਕਰੋਨਾ ਦੀ ਲੜਾਈ ਨਾਲ ਲੜਾਂਗੇ। ਪੰਜਾਬ ਦੇ ਹਰ ਵਾਸੀ ਨੂੰ ਅਸੀਂ ਲੈ ਕੇ ਆਵਾਂਗੇ ਔਰ ਅੱਜ ਜਿੰਨੇ ਵੀ ਸਾਡੇ ਆਏ ਆ ਪੋਜ਼ਿਟਿਵ, ਇਹ ਵੀ ਮੈਂ ਠੀਕ ਕਰ ਲਵਾਂਗਾ। ਸਾਨੂੰ ਬਿਲਕੁਲ ਰਾਜਨੀਤੀ ਨਹੀਂ ਕਰਨੀ ਚਾਹੀਦੀ ਔਰ ਮੈਂ ਬਾਦਲ ਪਰਿਵਾਰ ਨੂੰ ਜਾਂ ਉਹਨਾਂ ਦੇ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਕਿਰਪਾ ਕਰਕੇ ਸੋਸ਼ਲ ਮੀਡੀਆ ਜਾਂ ਇੱਧਰ ਉੱਧਰ ਥੋੜ੍ਹੇ ਦਿਨ ਵਾਸਤੇ ਅਸੀਂ ਚੰਗੇ ਕੰਮ ਵਾਸਤੇ, ਜਾਣਕਾਰੀ ਵਾਸਤੇ, ਕੋਈ ਸਲਾਹ ਵਾਸਤੇ ਇਹਨੂੰ ਵਰਤੀਏ। ਉਸ ਤੋਂ ਬਾਅਦ ਰਾਜਨੀਤੀ ਕਰਨ ਨੂੰ ਪੂਰੀ ਜ਼ਿੰਦਗੀ ਪਈ ਹੈ, ਜਿਉਂਦੇ ਰਹੇ ਤਾਂ ਰਾਜਨੀਤੀ ਜ਼ਰੂਰ ਕਰਾਂਗੇ। ਤੁਸੀਂ 76 ਵਾਲੇ ਸੈਂਟਰ ਦਾ ਪਲੀਜ਼ ਦੇਖਣਾ, ਮੈਂ ਤੁਹਾਨੂੰ ਵੀਡੀਓ ਭੇਜਦੀਆਂ ਹੈਗੀਆਂ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਨਿਮਰਤ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰਾਇਆ, ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਦਰਸ਼ਕਾਂ ਨੂੰ ਤੁਸੀਂ ਇਹਨਾਂ ਦੀ ਗੱਲ ਸੁਣ ਲਈ ਐਂਡ ਆਈ ਥਿੰਕ ਜੋ ਕਮਜ਼ੋਰੀ ਹੋਈ ਹੈ ਸਿਆਸਤ ਵੱਲ ਜਾ ਕੇ, ਉਹਦਾ ਜੋ ਖਾਮਿਆਜ਼ਾ ਹੈ ਪੂਰਾ ਪੰਜਾਬ ਭੁਗਤ ਰਿਹਾ, ਬਿਕੋਜ਼ ਕਿੱਥੇ ਜੋ ਡਰੋਨ ਗ੍ਰੀਨ ਸੀ ਉਹ ਵੀ ਅੱਜ ਰੈੱਡ ਹੋਣ ਦੇ ਪਹੁੰਚ ਗਏ ਨੇ। ਗੁਰਿੰਦਰ ਕਲੇਰ ਜੀ ਫਿਰ ਸਾਨੂੰ ਕਾਂਗਰਸੀ ਚੈਨਲ ਕਹਿ ਰਹੇ ਨੇ, ਬਟ ਫਿਰ ਵੀ ਸਾਨੂੰ ਵੇਖ ਰਹੇ ਨੇ, ਇਸ ਲਈ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਸੀਂ ਦੇਖਦੇ ਰਹੋਗੇ ਤਾਂ ਸ਼ਾਇਦ ਕਦੀ ਨਾ ਕਦੀ ਤੁਸੀਂ ਮੰਨ ਲਓਗੇ ਕਿ ਅਸੀਂ ਸਹੀ ਖਬਰ ਔਰ ਸਹੀ ਨਜ਼ਰੀਆ ਲੋਕਾਂ ਦੇ ਨਾਲ ਖੜੇ ਹਾਂ।
ਕਿਉਂਕਿ ਤੁਸੀਂ ਵਾਰ-ਵਾਰ ਵਾਪਸ ਆਉਂਦੇ ਹੋ ਦੇਖਣ ਲਈ, ਇਸ ਲਈ ਮੈਨੂੰ ਕਿਤੇ ਲੱਗਦਾ ਹੈ ਕਿ ਤੁਸੀਂ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟ ਰਹੇ, ਪਰ ਜਾਂਦੇ ਤੁਸੀਂ ਇਹ ਲੋਕਾਂ ਦੀ ਗੱਲ ਇੱਥੇ ਹੀ ਹੁੰਦੀ ਹੈਗੀ ਤੇ ਲੋਕਾਂ ਦੀ ਜੋ ਅਸੀਂ ਇਸ ਕਰੋਨਾ ਦੀ ਜੰਗ ਵਿੱਚ ਉਹਨਾਂ ਦੀ ਆਵਾਜ਼ ਚੁੱਕਣ ਦਾ ਕੰਮ ਵੀ ਇੱਥੇ ਹੀ ਹੁੰਦਾ ਹੈ। ਬਾਕੀ ਸਭ ਦੇ ਆਈ ਥਿੰਕ ਅੱਜ ਸਾਰਿਆਂ ਦੇ ਕਾਫੀ ਸਵਾਲ ਚੁੱਕੇ ਗਏ ਨੇ। ਮੰਨਦੇ ਹਾਂ ਕਿ ਯਾਦ ਗਰੇਵਾਲ ਜੀ ਕਹਿ ਰਹੇ ਨੇ ਮਿਡਲ ਕਲਾਸ ਸ਼ੌਪਕੀਪਰ EMPLOYE ਕਿੱਦਾਂ ਕੰਮ ਦੇਵੇ, ਬਹੁਤ ਔਖਾ ਵਕਤ ਹੈਗਾ। ਮੈਂ ਤੁਹਾਨੂੰ ਇੱਥੇ ਇੱਕ ਹੋਰ ਸੁਝਾਅ ਸਾਂਝਾ ਕਰਦੀ ਹਾਂ। ਇੱਕ ਉਦਯੋਗਪਤੀ ਨੇ ਆਪਣੇ EMPLOYEES ਨੂੰ ਇੱਕ ਫਾਰਮ ਭਰਨ ਨੂੰ ਕਿਹਾ, ਜਿੱਥੇ ਉਹਨੇ ਕਿਹਾ ਕਿ ਤੁਹਾਡਾ EMI ਕਿੰਨਾ ਹੈ, ਤੁਹਾਡਾ ਰੈਂਟ ਕਿੰਨਾ ਹੈ, ਤੁਹਾਡਾ ਬਿਜਲੀ ਦਾ ਬਿੱਲ ਕਿੰਨਾ ਹੈਗਾ ਔਰ ਤੁਹਾਨੂੰ ਰਹਿਣ ਸਹਿਣ ਲਈ ਘੱਟ ਤੋਂ ਘੱਟ ਕਿੰਨਾ ਚਾਹੀਦਾ ਹੈਗਾ। ਅਤੇ ਉਹਦਾ ਫਾਰਮ ਭਰ ਕੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡਾ ਜਿਹੜਾ ਬਿੱਲ ਹੈ ਉਹ ਮੈਂ ਸਿੱਧਾ ਪੇ ਕਰ ਦਾਂਗਾ, ਕਿ ਇਸ ਟਾਈਮ ਮੁਨਾਫਾ ਜਾਂ ਬਚਤ ਨਹੀਂ ਹੋ ਸਕਦੀ, ਬਸ ਜਾਨ ਦੀ ਬਚਤ ਹੋ ਸਕਦੀ ਹੈ। ਸੋ ਕੁਛ ਉਦਯੋਗਪਤੀ, ਕੁਛ ਦੁਕਾਨਦਾਰ ਜੋ ਕਿਰਾਏ ਵਾਲੇ ਹੈਗੇ ਆ, ਹਰ ਬੰਦਾ ਜੇ ਇਸ ਤਰ੍ਹਾਂ ਸੋਚੇ ਕਿ ਮੇਰਾ ਘਰ ਵੀ ਚੱਲਦਾ ਰਹੇ ਅਤੇ ਅਗਲੇ ਦਾ ਘਰ ਵੀ ਚੱਲਦਾ ਰਹੇ, ਅਤੇ ਇਸ ਤਰ੍ਹਾਂ ਇਸ ਮਹਾਂਮਾਰੀ 'ਚੋਂ ਨਿਕਲ ਸਕਦੇ ਹਾਂ। ਮੈਂ ਵਾਰ-ਵਾਰ ਇਹੋ ਕਹਿੰਦੀ ਹਾਂ, ਆਪਣੇ ਬਜ਼ੁਰਗਾਂ ਨਾਲ ਗੱਲ ਕਰੋ, ਉਹਨਾਂ ਨੇ ਜੰਗਾਂ ਵੇਖੀਆਂ ਨੇ, ਉਹਨਾਂ ਨੇ ਇਹੋ ਜਿਹੇ ਵਕਤ ਦੇਖੇ। ਅਸੀਂ ਬਹੁਤ ਛੋਟੇ ਸੀ, ਉਦੋਂ ਨਹੀਂ ਜ਼ਿਆਦਾ ਧਿਆਨ, ਬਟ ਬੜਾ ਸਮਾਂ ਹੁੰਦਾ ਸੀਗਾ ਘਰ ਵਿੱਚ ਕੋਈ ਫਲ ਖਾਣ ਨੂੰ ਨਹੀਂ ਹੁੰਦਾ ਸੀਗਾ, ਸੁੱਕੀ ਰੋਟੀ ਨਾਲ ਵੀ ਗੁਜ਼ਾਰਾ ਕੀਤਾ ਹੋਇਆ ਹੈ। ਆਪਣੇ ਫਾਦਰ ਦੀ ਗੱਲ ਕਰਾਂ ਤਾਂ ਉਹ ਜਦ ਬਟਵਾਰਾ ਹੋਇਆ ਸੀ ਤਾਂ ਲਾਸ਼ਾਂ ਤੋਂ ਲੰਘ ਕੇ ਆਏ ਸੀ, ਖਾਲੀ ਹੱਥ ਆਏ ਸੀ, ਰਿਫਿਊਜੀ ਕੈਂਪਾਂ ਵਿੱਚ ਰਹੇ ਸੀ, ਫਿਰ ਜ਼ਿੰਦਗੀ ਆਬਾਦ ਕੀਤੀ ਹੈ। ਇਹ ਅਖਬਾਰ, ਇਹ ਚੈਨਲ ਸ਼ੁਰੂ ਕੀਤਾ ਹੈਗਾ। ਸੋ ਕਿੰਨੇ ਸਾਲ ਦੇ 70 ਸਾਲ ਉਹਨਾਂ ਨੂੰ ਲੱਗੇ ਆਪਣੀ ਇਸ ਜੱਦੋ ਜਹਿਦ ਵਿੱਚ। ਉਹ ਭਾਵੇਂ ਕਈ ਵਾਰੀ ਜ਼ਿੰਦਗੀ ख़त्म भी कर ਦਿੰਦੀ ਹੈ, ਜਦ ਤੱਕ ਉਮੀਦ ਰਹੇ, ਜਦ ਤੱਕ ਤੁਹਾਡੇ ਵੀ ਜਾਨ ਰਹੇ, ਵਾਪਸ ਵੀ ਆਬਾਦ ਹੋ ਸਕਦੀ ਹੈ। ਸੋ ਔਖਾ ਟਾਈਮ ਹੈ, ਜੰਗ ਹੈ, ਇਸਨੇ ਕੁਦਰਤ ਨੇ ਜੰਗ ਢਾਈ, ਅਸੀਂ ਆਪਸ ਵਿੱਚ ਨਹੀਂ ਢਾਈ। ਸੋ ਉਹਦਾ ਅਸਰ ਜ਼ਰੂਰ ਪਏਗਾ ਅਤੇ ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਬਣਦੇ ਰਹਾਂਗੇ। ਕੋਈ ਹੋਰ ਜਿਹੜਾ ਸੈਂਟਰ ਹੈ, ਅਸੀਂ ਛੇਟੇ ਵਾਲਿਆਂ ਨਾਲ ਗੱਲ ਕੀਤੀ ਹੈ, ਕਿਸੇ ਹੋਰ ਸੈਂਟਰ ਦੇ ਬਾਰੇ ਤੁਸੀਂ ਜਾਣਦੇ ਹੋ, ਕੋਈ ਕਿੱਥੇ ਹੈਗਾ ਤਾਂ ਪਲੀਜ਼ ਸਾਨੂੰ ਰੀਚ ਆਊਟ ਕਰੋ, ਸਾਨੂੰ ਇਨਬਾਕਸ ਵਿੱਚ ਉਹਨਾਂ ਦਾ ਨੰਬਰ ਜਾਂ ਮੈਸੇਜ ਭੇਜੋ। ਅਸੀਂ ਉਹਨਾਂ ਨਾਲ ਜੁੜ ਕੇ ਹਕੀਕਤ ਲੈ ਕੇ ਆਵਾਂਗੇ ਅਤੇ ਉਹਨਾਂ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹੀ ਵਕਤ ਹੈ ਕਿ ਅਸੀਂ ਤੁਹਾਡੀ ਆਵਾਜ਼ ਅੱਗੇ ਲੈ ਕੇ ਜਾਈਏ, ਉਸ ਨੂੰ ਬੁਲੰਦ ਕਰੀਏ ਤਾਂ ਕਿ ਹੱਲ ਨਿਕਲ ਕੇ ਆਉਣ। ਜਿਹਨੂੰ ਵੀ ਦਿੱਕਤਾਂ ਆ ਰਹੀਆਂ, ਸਾਨੂੰ ਪਲੀਜ਼ ਰੀਚ ਆਊਟ ਕਰੋ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਿੱਚ ਤੁਹਾਡੀ ਆਵਾਜ਼ ਜਿੱਥੇ ਕਿਤੇ ਲੰਗਰ ਨਹੀਂ ਪਹੁੰਚ ਰਿਹਾ, ਜਿੱਥੇ ਕੋਈ ਵੀ ਲੋੜ ਹੈ, ਅਸੀਂ ਉੱਥੇ ਖੜੇ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਫਿਰ ਹਾਜ਼ਰ ਹੋਵਾਂਗੇ।